ਉਹ ਸਾਡਾ ਤਨ ਜਿਹੜਾ ਸਾਡੇ ਨਾਲ ਆਇਆ, ਜਿਹੜਾ ਉਪਜਿਆ ਹੈ, ਉਹ ਗਾਫਲ ਮਨਾ ਤੂੰ ਜਾਗ, ਇਸ ਤਨ ਨੇ ਵੀ ਤੇਰੇ ਸਾਥ ਨਹੀਂ ਜਾਣਾ। ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਆਪਣੀ ਜ਼ਿੰਦਗੀ 'ਚ ਕਿਤੇ ਖਿੜਖੜਾ ਕੇ ਹੱਸੇ ਵੀ ਨੇ। ਇਸ ਗੱਲ ਨੂੰ ਨਹੀਂ ਕਿਹਾ ਵੀ ਤੁਸੀਂ ਸਮਾਜ ਨੂੰ ਤਿਆਗ ਦਿਓ, ਤੁਸੀਂ ਪਰਿਵਾਰ ਨੂੰ ਤਿਆਗ ਦਿਓ, ਤੁਸੀਂ ਬਾਹਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਫੇਸ ਕਰਨ ਦੀ ਬਜਾਏ, ਉਹਨਾਂ ਦਾ ਮੁਕਾਬਲਾ ਕਰਨ ਦੀ ਬਜਾਏ ਆਪਣੀ ਚਮੜੀ ਬਚਾਉਣ ਦੇ ਲਈ ਤੁਸੀਂ ਕਿਸੇ ਕੰਦਰਾਂ ਵਿੱਚ ਜਾ ਕੇ ਓਮ ਸ਼ਾਂਤੀ ਦਾ ਜਾਪ ਕਰਨ ਲੱਗ ਪਓ। ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨੀ ਹੈ, ਸੁਚੇਤ ਰਹੋ। ਅੱਜ ਮੈਂ ਕਹਿ ਰਿਹਾ, ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਅੰਦਰ ਇੱਥੇ ਵੀ ਨੌਜਵਾਨਾਂ ਨੂੰ ਸਿੱਖੀ ਦੇ ਨਾਂ ਥੱਲੇ ਨਸ਼ੇ ਦੀ ਚੇਟਕ ਲਾਈ ਜਾਏਗੀ ਤੇ ਲੱਗਦੀ ਪਈ ਹੈ। ਜੇ ਆਪਾਂ ਸੰਭਲੇ ਨਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ। ਇਹਨੂੰ ਸੱਚੀ ਇੱਕ ਵਾਰੀ ਕਿਸੇ ਕਿਹਾ ਉੱਥੇ ਵੀ ਭਾਈ ਸਾਹਿਬ ਤੁਸੀਂ ਚਿੱਟੇ ਤੇ ਨਹੀਂ ਬੋਲਦੇ, ਤੇ ਮੈਨੂੰ ਸੱਚੀ ਮਾਰੀ ਜੂਰੀ 'ਚ ਮੈਨੂੰ ਪਤਾ ਨਹੀਂ ਚਿੱਟਾ ਹੁੰਦਾ ਕੀ ਹੈ। ਫਿਰ ਮੈਂ ਕਿਸੇ ਨੂੰ ਪੁੱਛਿਆ ਵੀ ਮੈਨੂੰ ਉਹ ਵਾਰ-ਵਾਰ ਕਹਿੰਦੇ ਚਿੱਟਾ ਹੁੰਦਾ ਕੀ ਹੈ, ਪਹਿਲਾਂ ਮੈਨੂੰ ਦੱਸੋ ਤਾਂ ਸਹੀ। ਪਹਿਲਾਂ ਆਪਾਂ ਦਿਹਾੜੀ ਕਰਨੇ ਆ, ਆਪਾਂ ਕਹਿੰਦੇ ਕਿਸ਼ਤਾਂ ਲੈ ਜਾਣੋ, ਘਰ ਦਾ ਕੰਮ ਚੱਲ ਪਿਆ, ਉਹ ਬੱਚੇ ਪੜ੍ਹ ਜਾਣ, ਤੇ ਜਿੱਦਣ 4 ਟਕੇ ਆ ਜਾਂਦੇ ਆ ਉਦੋਂ ਬਾਅਦ ਫਿਰ ਸ਼ੁਰੂ ਹੁੰਦਾ ਵੀ ਇਹਦੀ ਆਪਣੀ ਕਮਿਊਨਿਟੀ, ਆਪਣੀ ਚੌਧਰ ਕਿਵੇਂ ਕਾਇਮ ਹੋਵੇ। ਫਿਰ ਆਪਾਂ ਗੁਰਦੁਆਰੇ ਵੱਲ ਦੇਖਣਾ ਸ਼ੁਰੂ ਕਰ ਦਿੰਦੇ। ਤੁਸੀਂ ਸਮੱਸਿਆ ਨੂੰ ਸਾਹਮਣਾ ਨਹੀਂ ਕਰ ਸਕੇ, ਪ੍ਰੋਬਲਮ ਆਈ ਤੁਸੀਂ ਫੇਸ ਨਹੀਂ ਕਰ ਸਕੇ। ਸੱਚ ਜੇ ਅਸੀਂ ਕਈ ਵਾਰੀ ਕਹਿੰਦੇ ਮੈਂ ਇਮੋਸ਼ਨ ਹੋ ਗਿਆ, ਮੈਂ ਭਾਵੁਕ ਹੋ ਗਿਆ, ਤੇ ਮੈਂ ਆਪ ਨੂੰ ਬੇਨਤੀ ਕਰਾਂ, ਭਾਵੁਕਤਾ ਤੋਂ ਬਿਨਾ ਅੰਦਰ ਬੰਦੇ ਦੀਆਂ ਗੰਢਾਂ ਨਹੀਂ ਖੁੱਲਦੀਆਂ। ਜਿਹੜਾ ਬੰਦੇ ਦੇ ਅੱਖਾਂ ਛੇਤੀ ਪਾਣੀ ਨਾ ਆਉਂਦਾ, ਇਹਦਾ ਮਤਲਬ ਉਹ ਅੰਦਰੋਂ ਗੰਢ ਨਹੀਂ ਛੇਤੀ ਖੁੱਲਦੀ। ਤੁਹਾਡੀਆਂ ਅੱਖਾਂ 'ਚੋਂ ਕਥਾ ਕੀਰਤਨ ਪਾਠ ਵੇਲੇ ਤੁਰ ਅੰਦਰ ਤੋਂ ਪਿਘਲ ਕੇ ਅੰਦਰ ਅੱਖਾਂ 'ਚੋਂ ਨੀਰ ਬਣ ਕੇ ਵਹਿ ਤੁਰੇ, ਉਹ ਇੱਕ ਅਥਰੂ ਵੀ ਕਰੋੜਾਂ ਜਨਮਾਂ ਦੀ ਮੈਲ ਧੋਣ ਦੀ ਸਮਰੱਥਾ ਰੱਖਦਾ ਹੈ। ਪੁੱਤਰ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਪੁੱਤਰ ਦੇ ਜਨਮ ਵੇਲੇ ਪਟਨੇ ਦੀ ਧਰਤੀ ਤੇ ਨਹੀਂ। ਜਿੱਦਣ ਬਾਪ ਤੇ ਬੇਟਾ ਮਿਲੇ ਉਦਣ ਗੁਰੂ ਗੋਬਿੰਦ ਰਾਏ ਦੀ ਉਮਰ 5 ਸਾਲ ਦੀ ਹੋ ਚੁੱਕੀ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖਿਆਲਾਂ ਨਾਲ ਜਦੋਂ ਦੂਜੇ ਦੀ ਚੀਜ਼ ਵੇਖਣਾ ਚੇਤੇ ਰੱਖੀ, ਉਦੋਂ ਤੇਰੀਆਂ ਅੱਖਾਂ ਨੂੰ ਨੀਂਦਰ ਆਈ ਹੋਈ ਹੈ। ਇਹ ਸੁੱਤੀਆਂ ਨੇ। ਜਦੋਂ ਵੀ ਬੰਦਾ ਭੈੜਾ ਬੋਲਦਾ, ਕੋਈ ਥੋੜਾ ਕਹਿੰਦਾ ਜੀਭ ਨੂੰ ਮਾਰੋ ਜੁੱਤੀਆਂ, ਕਹਿੰਦੇ ਸਿਰ 'ਚ ਮਾਰੋ ਜੁੱਤੀਆਂ। ਉਹ ਬੋਲ ਕੋਈ ਗਿਆ, ਜੁੱਤੀਆਂ ਕੋਈ ਖਾਈ ਜਾਂਦਾ। ਅੱਖਾਂ ਆਪਣਾ ਰਸ ਵੇਖ ਰਹੀਆਂ ਨੇ, ਕੰਨ ਆਪਣਾ ਵੇਖ ਰਹੇ ਨੇ, ਜੀਭ ਆਪਣੀ ਵੇਖ ਰਹੀ ਹੈ, ਇੰਦਰੀਆਂ ਭੱਜੀਆਂ ਫਿਰਦੀਆਂ। ਮਹਾਰਾਜ ਕਹਿੰਦੇ ਜਿਹੜੀਆਂ ਸਹੇਲੀਆਂ ਸਨ ਨਾ, ਉਹ ਹੀ ਡੋਬ ਗਈਆਂ ਇਹਨੂੰ। ਸਹੇਲੀਆਂ ਦਾ ਅਰਥ ਇੰਦਰੀਆਂ। ਮਰੇ ਹੋਏ ਬੰਦੇ ਦੇ ਮੂੰਹ ਵਿੱਚ ਲੋਕੀ ਸ਼ਰਾਬ ਦੀਆਂ ਬੋਤਲਾਂ ਉਡੇਲੀ ਜਾਣ, ਉਹਨੂੰ ਨਸ਼ਾ ਨਹੀਂ ਚੜਨਾ। ਸ਼ਰਾਬ ਵਿੱਚ ਨਸ਼ਾ ਹੈ, ਘਿਓ ਵਿੱਚ ਤਾਕਤ ਹੈ, ਮਿੱਠੇ ਵਿੱਚ ਮਿਠਾਸ ਹੈ, ਪਰ ਉਹ ਵੀ ਚੀਜ਼ਾਂ ਤਾਂ ਬਾਹਰੋਂ ਅਸਰ ਕਰਨਗੀਆਂ ਜੇ ਅੰਦਰ ਚੇਤਨਾ ਕਾਇਮ ਹੈ। ਤਾਂ ਉਹ ਕੋਈ ਸੱਜਣ ਚੜ੍ਹਾਈ ਕਰ ਗਿਆ ਤੇ ਉਹ ਚਲੋ ਨਿਆਣੇ ਬਜ਼ੁਰਗ ਸੀ, ਉਹ ਜੋ ਘਿਓ ਪਾਣ ਲੱਗੇ, ਇੱਕ ਵਿੱਚੋਂ ਬੋਲ ਪਿਆ, ਵੇਖੋ ਧਿਆਨ ਨਾਲ ਪਾਇਓ, ਬਾਪੂ ਨੂੰ ਅੱਗੇ ਬਲੱਡ ਪ੍ਰੈਸ਼ਰ ਬੜਾ ਰਹਿੰਦਾ ਜੀ। ਉਂਝ ਯਾਦ ਰੱਖਿਓ, ਗੁਰੂ ਕਿਰਪਾ ਕਰੇ ਤੇ ਬੰਦਾ ਜਾਗਦਾ, ਆਪਣੀ ਅਕਲ ਨਾਲ ਨਹੀਂ ਜਾਗਿਆ ਜਾਂਦਾ। ਹਰ ਬੰਦੇ ਦੇ ਕੋਲ ਆਪਣੀ ਮਾਨਸਿਕ ਡਾਇਰੀ ਪਈ ਹੋਈ ਹੈ। ਜਿੰਨੀ ਦੇਰ ਤੱਕ ਅਜੇ ਉਹ ਹੋਸ਼ੋ ਆਸ 'ਚ ਨਾ, ਹਰ ਬੰਦੇ ਕੋਲ ਜਨਮ ਤੋਂ ਲੈ ਕੇ ਜਿੱਦਣ ਹੋਸ਼ ਸੰਭਾਲੀ ਤੇ ਅੱਜ ਤੱਕ ਹਰ ਬੰਦੇ ਕੋਲ ਆਪਣੇ ਕਰਮਾਂ ਦੀ ਸੂਚੀ ਹੈ। ਉਹਨਾਂ ਕਰਮਾਂ ਦੀ ਸੂਚੀ ਨੂੰ ਇੱਕ ਵਾਰੀ ਚੇਤੇ ਨਜ਼ਰ ਮਾਰ ਲਈ ਤੇ ਅਗਲੀ ਗੱਲ ਚੇਤੇ ਰੱਖਿਓ, ਮਨਾ ਮਰ ਕੇ ਇਸ ਤਨ ਨੇ ਵੀ ਸਾਥ ਨਹੀਂ ਦੇਣਾ। ਹੁਣ ਕਿੰਨੇ ਕੁ ਦਿਨ ਤੂੰ ਸੁੱਤਾ ਰਹੇਗਾ। ਦੁੱਧ ਪਿਆਉਣ ਵਾਲੀ, ਜਨਮ ਦੇਣ ਵਾਲੀ ਅੰਮੀ ਤੇ ਮੇਰੀ ਹਿਫਾਜ਼ਤ ਕਰਨ ਵਾਲਾ ਅੱਬਾ ਕਿੱਥੇ ਚਲੇ ਗਏ? ਉਹ ਫਰੀਦ ਅਜੇ ਤੱਕ ਵੀ ਪੱਥਰ ਬਣਿਆ, ਮਨ ਪਿਘਲਿਆ ਕੋਈ ਨਹੀਂ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ, ਇੱਕ ਦਿਨ ਇਹ ਸਿੱਧੀਆਂ ਨਸਲ ਨੱਤਾਂ ਕਰਕੇ ਪੈ ਜਾਏਗਾ। ਸੱਜਣਾ ਚੇਤੇ ਰੱਖੀ, ਤੈਨੂੰ ਕਿਸੇ ਨਹੀਂ ਉਹ ਜਗਾਣਾ। ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ ਨਾ, ਮੈਂ ਇੱਥੇ ਤੇ ਕਦੀ ਕਿਤੇ ਫਿਊਨਲ ਤੇ ਗਿਆ ਨਹੀਂ, ਸਾਡੇ ਉੱਥੇ ਜਦੋਂ ਲਾਂਬੂ ਲਾ ਦਿੰਦੇ ਆ, ਪਿੱਛੇ ਹਟ ਕੇ ਕਹਿੰਦੇ ਸੋਹਿਲਾ ਸਾਹਿਬ ਦਾ ਪਾਠ ਕਰ ਲਈਏ। ਸ਼ਾਇਦ ਇੱਥੇ ਵੀ ਕਰਦੇ ਹੋਣਾ ਨਾ, ਕਰ ਲਈ। ਕਿਉਂ? ਜੇ ਇਹਨੇ ਪੜ੍ਹਨੀ ਆਉਂਦੀ ਸੁਣੀਏ ਤੇ ਸਹੀ। ਤੇ ਮੈਂ ਕਈ ਵਾਰੀ ਕਹਿੰਦਾ ਇੰਨੇ ਅਸੀਂ ਕੰਮ ਕਰਨੇ ਆ ਜੀ, ਸਾਡੇ ਬੱਚੇ ਦਾ ਬਰਥਡੇ ਵੇ, ਅੱਜ ਫਲਾਣਾ ਹੈ, ਪੁਰਾਣੇ ਰਿਸ਼ਤੇਦਾਰ ਸੱਦੋ। ਮੈਂ ਹੱਥ ਜੋੜ ਕੇ ਅਰਜ਼ ਕਰਾਂ, ਕਦੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਨੂੰ ਇਸ ਕਰਕੇ ਆਂਦਾ ਹੈ ਕਿ ਅੱਜ ਸਿਰਫ ਪਰਿਵਾਰ ਦੇ ਜੀਆਂ ਨੇ 7 ਦਿਨ ਲਗਾਤਾਰ, 8 ਦਿਨ ਲਗਾਤਾਰ, 10 ਦਿਨ ਲਗਾਤਾਰ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੰਨਾਂ ਨਾਲ ਸੁਣਨਾ ਹੈ। ਮੈਂ ਕਿਹਾ ਮਨਾ ਹੋਏ, ਇੱਥੇ ਲੋਕਾਂ ਦੀਆਂ ਅੱਖਾਂ ਵੀ ਨੇ, ਚੱਲ ਫਿਰ ਵੀ ਸਕਦੇ ਆ,
पता नहीं किन्ना को कूड़ा कचरा ਇਹਦੇ ਵਿੱਚ ਸੱਟੀ ਬੈਠੇ ਆ, पर सारी जिंदगी च एक बारी गुरु ग्रंथ साहिब के नेत्रां नाल भी दर्शन नहीं कीते। नींद एक छोटी मौत है, मौत एक वड्डी नींद है। अज तू पाठ कर नूं संगत ने तेरा पाठ करना है। दरबार साहिब सानू दसदा मर्यादा भी अमृत वेला की लो लगन तो 3 घंटे पहला ते गुरमुखो जिदन जियो ने न्याणा उस दिन पिंड ने कोई नहीं जाना, पिंड नूं बाद असीं सां भी बैठे हैं। मैं आप नूं फिर बेनती करांगा, मन नूं जगाण दा तरीका है शब्द। गुरु जगा सकदा प्यारिओ, बाकी सारा जगत सुत्ता है, सिर्फ गुरु ही जागदा है। लोकी कपड़े लोकां लई पांदे जे घर लई नहीं जे पांदे। लॉकडाउन च लोकां लई किसे नहीं कपड़े पाए, सब धरे धरे रह गए ना घर। ਇਹਦਾ मतलब अपने लिए पांदे, दुनिया लिए पाने आप। हर वासना गुलाम बनाती है, काम है, पर चेते रखियो वो निमक स्वाद पछतावा है। क्रोध है, एक किते गोली चल गई तो किन्ने साल कहता बस एक घड़ी दे क्रोध ने मार के रख दिता। तो मैनू कहते भी ऐतकी ना जी ये अपना तुसी ना दसंबर च आओ फिर दोबारा। मैं कहा बाबा जी मैं जाना बाहर ते जून च आवांगा। वो ताड़ी मारी, कहन लगे तुसी जून च आओगे, से जून च रहनी कोई नहीं। वो जनवरी चढ़ाई कर गए। जे अग बलेगी मसान तपेगा, जमीन तपेगी। फरीद कहंदा जिस दे अंदर बिरहा कोई नहीं, रोज ही शमशान भूमि की तरह तपदा पिया है। इत्थे वो भी सुते ने जेड़े कहंदे सन साडे तो बिना साडे घर दा काम नहीं चलदा। इत्थे कबरां विच वो भी सुते आ जेड़े कहंदे सन साडे हुक्म तो बिना पत्ता नहीं हिल सकदा। जदों किसे दा संस्कार हुंदा है, इदों वड्डी हैरानगी दी गल कोई नहीं। एक बेचारा सड़दा पिया, दूजा बाहर खलोता बिजनेस दीयां गल्लां करदा पिया। स्टेज ते बह के गालां कड्ढी जाणियां, कोई प्रचार नहीं हुंदा। तुसी इन्नी प्रेम मैं नहीं कि मैं सियाणा वां, इन्नी प्यार नाल संगत विच जागृति पैदा करो, लोकी अपने आप ही गुरु नाल जुड़ जा। अटैचमेंट ही डिटैचमेंट पैदा करेगी। भावें रात नूं तैयारी करके कही सवेरे मैं फ्लाइट पढ़नी, मैं इन्ने बजे जाना है, तुसी तैयारी करके बहुत ट्रैक्टर है जी स्प्रे करना है या पानी लाना है, इस तरह करना है। तो जे सवेरे बंदा उठे ना, किन्ने पानी लाना है, किन्ने जहाज ते चढ़ना है जी। खुशी च लोकी अगे अगे भजदे आ, मरिया तो बंदा ही कला जाता है। वो विआह हुंदा ना जदों, वो लाड़ा पिछे तुरिया हुंदा बेचारा घोड़ी ते नच्चण वाले अगां 2 किले अगां मारी जांदे ने छालां। ते जदों मरदा बंदा उदों शमशान घाट जांदे आ, अर्थी अगे हुंदी, बाकी सारे पिछे तुरे हुंदे आ। उधर नहीं अगे ला के भजदा कोई, क्योंकि मरिया दे पिछे तुरदे हुंदे आ, खुशियां ते अगे अगे नचदे हुंदे आ लोक। माता सुंदरी जी दी कुख विचों बाबा अजीत सिंह ने, ते माता जीतो जी दी कुख विचों बाबा जुझार सिंह ने, बाबा जोरावर सिंह ने, बाबा फतेह सिंह ने। तुसीं पुछदे असीं कौन खां? गोबिंद सिंह के पूत हम, माता गुजरी पाहे, जोरावर सिंह फतेह सिंह नाम हमारे आहे। हकीम फराबी सियाणा सी, विद्वान सी, कहंदा पर ओहदे साज दे सिर्फ 3 परदे ने। वो किसी भी महफल नूं खसा सकदा है, रवा सकदा है ते सुवा सकदा है। गुरु नानक दे शब्द ते रबाब विच चौथा पर्दा है, जिहड़ा करोड़ां जन्मां दे सुत्या होयां नूं जगा सकदा है। राज करेगा खालसा, राज करेगा खालसा, राज करेगा खालसा। पहला बचन करदे ने मना तू जाग सुचेत हो, जेड़ा शरीर मां दे उदर चो तू लेके आए है, जान लग्या इस तन ने तेरे नाल नहीं जाना। दूसरा, चाहे मां है, बाप है, भैन ने, भरा ने, जिन्हां नाल तू अत दा हित करना, लगाओ रखना, जिस वक्त इस शरीर दे विचों जियो आत्मा जिंद निकल गई, इन्हां सगे संबंधियां ने ही तेरे इस तन नूं अग दे विच सट देना है। जिन्ना समा तू जी रहा है, तेरे व्यवहार ने, जेड़े काम कार ने, सच एवे के सुपने दी न्याई ही ने। महाराज किन्ने फिर एक काम कर, इस तन दे बिनसन तो पहला करतार परमात्मा वाहिगुरु जी की इबादत कर लै।
ਇਹ ਸਤਿਗੁਰਾਂ ਨੇ ਅੱਜ ਸਾਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਕਰਦੇ ਨੇ। ਤਿਲੰਗ ਮਹੱਲਾ 9ਵਾਂ। ਕੱਲ ਵੀ ਮੈਂ ਆਪ ਨੂੰ ਅਰਜ਼ ਕੀਤੀ ਸੀ, ਤਿਲੰਗ ਰਾਗ ਹੈ ਤੇ 9ਵੇਂ ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਹਜ਼ੂਰ ਬਚਨ ਕਰ ਰਹੇ ਨੇ, ਜਾਗ ਲੇਖੋ ਰੇ ਮਨਾ ਜਾਗ ਲੇਖੋ। ਇਹਦਾ ਅਰਥ ਅਸੀਂ ਜਾਗ ਦਾ ਅਰਥ ਪੰਜਾਬੀ ਸਾਰੇ ਸਮਝਨੇ ਆ। ਉਂਝ ਵੈਸੇ ਇਹਦੇ ਅਰਥ ਆਮ ਬੋਲ ਚਾਲ ਵਿੱਚ ਦੋ ਤਰ੍ਹਾਂ ਦੇ ਨੇ। ਇੱਕ ਜਾਗ ਦਾ ਅਰਥ ਹੈ ਕਿ ਨਿੰਦਰਾ ਤੋਂ ਉਥਾਨ ਹੋਣਾ, ਨੀਂਦ ਤੋਂ ਉੱਠ ਪੈਣਾ, ਤੇ ਦੂਜੇ ਸਾਡੇ ਜਾਗ ਦਾ ਇੱਕ ਅਰਥ ਕਰਦੇ ਸਨ ਕਿਸੇ ਦੁੱਧ ਨੂੰ ਖੱਟੇ ਦੀ ਜਾਗ ਲਾਣੀ, ਕਿਉਂਕਿ ਸ਼ਬਦ ਸਾਨੂੰ ਆਮ ਸਾਡੀ ਬੋਲ ਚਾਲ 'ਚ ਮਿਲਦਾ ਹੈ। ਹਜ਼ੂਰ ਇੱਥੇ ਅਸਲ 'ਚ ਕਹਿ ਰਹੇ ਨੇ, ਹੇ ਮਨਾ ਤੂੰ ਜਾਗ, ਸਾਨੂੰ ਸਮਝਾਉਂਦੇ ਪਏ ਨੇ ਕਿ ਮਨਾ ਤੂੰ ਜਾਗ, ਜਾਗ ਲਿਖੋ ਰੇ ਮਨਾ ਜਾਗ ਲਿਖੋ। ਉੱਠ ਪਓ, ਸੁਚੇਤ ਹੋ ਜੋ। ਉਹ ਮਨਾ ਤੂੰ ਜਾਗ, ਉਹ ਉੱਠ। ਅਗਲਾ ਬਚਨ ਕਹਾਂ ਦਾ ਅਰਥ ਇੱਥੇ ਕਰਾਂਗੇ ਕਿਉਂ। ਕਹਾਂ ਗਾਫਲ ਸੋਇਆ। ਗਾਫਲ ਦਾ ਅਰਥ ਹੁੰਦਾ ਲਾਪਰਵਾਹ ਜਿਹਾ, ਬੇਫਿਕਰ ਜਿਹਾ, ਜਿਹਨੂੰ ਕੋਈ ਸੁਚੇਤ ਨਹੀਂ, ਸੋਝੀ ਨਹੀਂ, ਗੱਲ ਨੂੰ ਸੁਣਨ ਨੂੰ ਤਿਆਰ ਨਹੀਂ। ਕਹਾਂ ਗਾਫਲ ਸੋਇਆ ਮਨਾ ਤੂੰ ਜਾਗ। ਓਏ ਕਿਉਂ ਤੂੰ ਗਾਫਲਤਾਈ ਦੀ ਨੀਂਦ ਵੀ ਸੁੱਤਾ ਹੈ ਤੇ ਤੈਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ, ਜੋ ਤਨ ਉਪਜਿਆ ਸੰਗ ਹੀ। ਜਿਹੜਾ ਤਨ, ਜਿਹੜਾ ਸਰੀਰ ਸਾਡਾ ਜਨਮ ਵੇਲੇ ਸਾਡੇ ਨਾਲ ਆਇਆ। ਇਹ ਧਿਆਨ ਨਾਲ ਇਸ ਅੱਜ ਦੇ ਸ਼ਬਦ ਨੂੰ ਆਪ ਜੀ ਸੁਣਿਓ। ਤੇ ਮੇਰਾ ਖਿਆਲ ਅਕਸਰ ਸਾਡੇ ਸੱਜਣ ਮਿਰਤਕ ਦੇ ਭੋਗ ਤੇ ਸ਼ਬਦ ਪੜਿਆ ਜਾਂਦਾ ਹੈ। ਹਜ਼ੂਰ ਨੇ ਕਿਹਾ ਜੋ ਤਨ ਉਪਜਿਆ ਸੰਗ ਹੀ। ਜੋ ਤਨ ਜਿਹੜਾ ਸਰੀਰ, ਉਪਜਿਆ ਦਾ ਅਰਥ ਦੀ ਪੈਦਾਇਸ਼ ਹੋਈ, ਸੰਗ ਹੀ ਦਾ ਅਰਥ ਸਾਡੇ ਜਨਮ ਦੇ ਨਾਲ ਹੀ। ਇਹਦਾ ਮਤਲਬ ਜਨਮ ਦਾ ਅਰਥ ਸਰੀਰ ਦਾ ਹੋਣਾ, ਪਰ ਮਹਾਰਾਜ ਕਹਿੰਦੇ ਸੋ ਭੀ ਉਹ ਵੀ, ਉਹ ਤਨ ਜਿਹੜਾ ਹੈ ਸੰਗ ਨਾ ਹੋਇਆ, ਉਹ ਸਾਡਾ ਤਨ ਜਿਹੜਾ ਸਾਡੇ ਨਾਲ ਆਇਆ, ਜਿਹੜਾ ਉਪਜਿਆ ਹੈ, ਉਹ ਗਾਫਲ ਮਨਾ ਤੂੰ ਜਾਗ। ਇਸ ਤਨ ਨੇ ਵੀ ਤੇਰੇ ਸਾਥ ਨਹੀਂ ਹੋ ਜਾਣਾ। ਹਜ਼ੂਰ ਨੇ ਪਹਿਲਾ ਬਚਨ ਇਹ ਕਿਹਾ ਹੈ। ਇਹ ਰਹਾਉ ਦੀਆਂ ਤੁਕਾਂ ਨੇ। ਮੈਂ ਅਕਸਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿਤੇ ਵੀ ਜ਼ਿਕਰ ਕਰਨਾ ਤੇ ਮੇਰੇ ਮਨ 'ਚ ਕਈ ਵਾਰੀ ਆਉਂਦਾ, ਸਾਡੇ ਇੱਕ ਬਜ਼ੁਰਗ ਕਥਾਵਾਚਕ ਗਿਆਨੀ ਮਾਨ ਸਿੰਘ ਜੀ ਚੌਹਰ, ਅੱਜ ਕੱਲ੍ਹ ਦੇ ਸ਼ਾਇਦ ਸੱਜਣਾ ਨੂੰ ਨਹੀਂ ਪਤਾ, ਮਿਲਦੀਆਂ ਨੇ ਉਹਨਾਂ ਦੀਆਂ ਕੈਸਟਾਂ। ਉਹਨਾਂ ਨੇ ਇੱਕ ਵਾਰੀ ਆਪਣੀ ਕਥਾ ਸ਼ੀਸ਼ ਗੰਜੇ ਕਿਹਾ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹਨੇ ਆ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਆਪਣੀ ਜ਼ਿੰਦਗੀ 'ਚ ਕਿਤੇ ਖਿੜਖੜਾ ਕੇ ਹੱਸੇ ਵੀ ਨੇ। ਇੰਨੇ ਗੰਭੀਰ, ਵਾਰ-ਵਾਰ ਇੱਕ ਗੱਲ ਮੌਤ ਨੂੰ ਚੇਤੇ ਕਰਾ ਰਿਹਾ। ਤੇ ਮੈਂ ਸ਼ਾਇਦ ਪਿਛਲੇ ਐਤਵਾਰ ਕਿਹਾ ਸੀ, ਗੁਰਮੁਖੋ ਮੌਤ ਇਸ ਕਰਕੇ ਚੇਤੇ ਕਰਾ ਰਹੇ ਨੇ ਵਾਰ-ਵਾਰ ਕਿ ਉਹਨਾਂ ਨੂੰ ਪਤਾ ਹੈ ਕਿ ਅੰਤਲੇ ਸਮੇਂ ਸਾਨੂੰ ਡੁਲਾਉਣ ਵਾਸਤੇ ਅਖੀਰਲਾ ਕੀਲਾ ਬੰਦੇ ਦਾ ਮੌਤ ਹੀ ਹੁੰਦਾ ਹੈ। ਸੱਚ ਨੂੰ ਮਾਰਨ ਦਾ ਅਖੀਰਲਾ ਕੀਲਾ ਹੀ ਹੈ ਨਾ। ਤਸ਼ੱਦਦ ਕਰੋਗੇ, ਜ਼ੁਲਮ ਕਰੇਗਾ ਕੋਈ ਜ਼ਾਲਮ, ਅਖੀਰ ਤੇ ਤਾਂ ਇਹ ਹੈ ਨਾ ਵੀ ਇਹਦੇ ਤਨ ਨੂੰ ਖਤਮ ਕਰ ਦਈਏ। ਤੇ ਗੁਰੂ ਤੇਗ ਬਹਾਦਰ ਸਾਰੀ ਜ਼ਿੰਦਗੀ ਇਸ ਤਨ ਦੀ ਨਾਸ਼ਵਾਨਤਾ ਦੇ ਜ਼ੋਰ ਦਿੰਦੇ ਰਹੇ ਤੇ ਵਾਰ-ਵਾਰ ਇਹ ਕਹਿੰਦੇ ਰਹੇ ਵੀ ਮੌਤ ਨੂੰ ਚੇਤੇ ਕਰ। ਤੇ 54 ਸਾਲ ਦੀ ਉਮਰ 'ਚ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ। ਹਜ਼ੂਰ ਦੀ ਉਮਰ 54 ਸਾਲ ਬਣਦੀ ਹੈ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਮੈਂ ਅੱਜ ਥੋੜੀ ਜੀ ਕਥਾ ਸਿਰਫ ਰਿਪੀਟ ਇਸ ਕਰਕੇ ਕਰ ਲੱਗਾ ਕਿਉਂਕਿ ਸੰਗਤ ਨਵੀਨ ਹੈ ਇੱਥੇ। ਤੇ ਮੈਂ ਅਕਸਰ ਕਹਿਣਾ ਹੁੰਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਖਾਸ ਕਰਕੇ ਇਹ 3 ਬਚਨ 4 ਬਚਨ ਸਾਨੂੰ ਵਾਰ-ਵਾਰ ਮਿਲਦੇ ਨੇ। ਇੱਕ ਤਾਂ ਉਹਨਾਂ ਦੀ ਬਾਣੀ ਵਿੱਚ ਤਿਆਗ ਹੈ, ਜਿਹੜਾ ਅਸੀਂ ਕਹਿੰਦੇ ਆ ਉਹ ਤਿਆਗ ਦੀ ਗੱਲ ਕਰਦੇ ਆ।
पर ਜਿਹੜਾ ਗੁਰਮਤ ਦਾ ਤਿਆਗ ਹੈ, ਅਗਲੀ ਗੱਲ ਹੋਰ, ਜਿਹੜਾ ਗੁਰਮਤ ਦਾ ਬੈਰਾਗ ਹੈ, ਤੇ ਤੀਸਰਾ ਜਿਹੜਾ ਗੁਰਮਤ ਦਾ ਅਨੁਰਾਗ ਹੈ, ਇਹ ਭਾਰਤੀ ਦਰਸ਼ਨ ਤੋਂ ਵੱਖਰਾ ਹੈ। ਦਰਸ਼ਨ ਦਾ ਮਤਲਬ ਫਿਲਾਸਫੀ, ਜੋ ਹਿੰਦੂਇਜ਼ਮ ਦੀ ਫਿਲਾਸਫੀ ਉਹਦੇ ਤੋਂ ਇਸਲਾਮ ਤੋਂ ਹੀ ਵੱਖਰਾ ਹੈ। ਸਭ ਤੋਂ ਪਹਿਲੀ ਬੇਨਤੀ ਕਿ ਹਜ਼ੂਰ ਨੇ ਇਹ ਜ਼ੋਰ ਦਿੱਤਾ ਵੀ ਤਿਆਗੋ, ਛੱਡ ਦਿਓ। ਤੇ ਕਿਤੇ ਵੀ ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਨਹੀਂ ਕਿਹਾ ਵੀ ਤੁਸੀਂ ਸਮਾਜ ਨੂੰ ਤਿਆਗ ਦਿਓ, ਤੁਸੀਂ ਪਰਿਵਾਰ ਨੂੰ ਤਿਆਗ ਦਿਓ, ਤੁਸੀਂ ਬਾਹਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਫੇਸ ਕਰਨ ਦੀ ਬਜਾਏ, ਉਹਨਾਂ ਦਾ ਮੁਕਾਬਲਾ ਕਰਨ ਦੀ ਬਜਾਏ ਆਪਣੀ ਚਮੜੀ ਬਚਾਉਣ ਦੇ ਲਈ ਤੁਸੀਂ ਕਿਸੇ ਕੰਦਰਾਂ ਵਿੱਚ ਜਾ ਕੇ ਓਮ ਸ਼ਾਂਤੀ ਦਾ ਜਾਪ ਕਰਨ ਲੱਗ ਪਓ। ਇਹ ਨਹੀਂ ਸਤਿਗੁਰਾਂ ਨੇ ਕਿਹਾ, ਕਿਉਂਕਿ ਆਪ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ ਸੁਮੇਰ ਤੇ ਜਾਂਦੇ ਆ, ਸੁਮੇਰ ਪਰਬਤ ਤੇ ਗਏ, ਜਿਹਨੂੰ ਕੈਲਾਸ਼ ਤੇ ਵੀ ਗਏ ਹਜ਼ੂਰ, ਉੱਥੇ ਜਿਹੜੀਆਂ ਗੱਲਬਾਤ ਹੋਈ, ਮੈਂ ਇੱਕ ਵਾਰੀ ਕਿਹਾ ਸੀ ਕਿ ਸਿੱਧਾਂ ਨੇ ਬੜੇ ਸਵਾਲ ਕੀਤੇ ਬਾਬਾ ਜੀ ਨੂੰ, ਸੈਂਕੜੇ ਪ੍ਰਸ਼ਨ ਕੀਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹਰ ਪ੍ਰਸ਼ਨ ਦਾ ਉੱਤਰ ਦਿੱਤਾ, ਇੱਥੋਂ ਤੱਕ ਕਿ ਜਿਹੜਾ ਉਹ ਸਮਾਧੀ ਲਾਉਣ ਵੇਲੇ ਨਸ਼ੇ ਦੀ ਵਰਤੋਂ ਕਰਦੇ ਸਨ, ਸ਼ਰਾਬ ਦੀ ਵਰਤੋਂ ਕਰਨੀ, ਧਤੂਰੇ ਦੀ ਵਰਤੋਂ ਕਰਨੀ, ਤੇ ਕਹਿਣਾ ਇਹਦੇ ਨਾਲ ਸਮਾਧੀ ਜੁੜਦੀ ਹੈ। ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨੀ ਹੈ, ਸੁਚੇਤ ਰਹੋ। ਅੱਜ ਮੈਂ ਕਹਿ ਰਿਹਾ, ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਅੰਦਰ ਇੱਥੇ 20 ਨੌਜਵਾਨਾਂ ਨੂੰ ਸਿੱਖੀ ਦੇ ਨਾਂ ਥੱਲੇ ਨਸ਼ੇ ਦੀ ਚੇਟਕ ਲਾਈ ਜਾਏਗੀ ਤੇ ਲੱਗਦੀ ਪਈ ਹੈ। ਜੇ ਆਪਾਂ ਸੰਭਲੇ ਨਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ, ਕਿਉਂਕਿ ਗੁਰਮਤ ਨੇ ਕਿਤੇ ਵੀ ਕਿਸੇ ਤਰ੍ਹਾਂ ਦੇ ਨਸ਼ੇ ਨੂੰ ਸਵੀਕਾਰ ਕੀਤਾ ਹੀ ਨਹੀਂ, ਕਿਸੇ ਤਰ੍ਹਾਂ ਦਾ ਵੀ। ਜੀ ਮੇਰੀ ਫਿਰ ਬੇਨਤੀ ਹੈ, ਨਸ਼ਾ ਇੱਕ ਤਰ੍ਹਾਂ ਦਾ ਥੋੜਾ ਹੈ। ਚਲੋ ਆਪਾਂ ਕਿਹਾ ਕਿ ਸ਼ਰਾਬ ਹੈ, ਉਂਝ ਸ਼ਰਾਬ ਦੇ ਲਫ਼ਜ਼ੀ ਅਰਥ ਇਹ ਨੇ ਸ਼ਰ ਆਬ, ਸ਼ਰ ਦਾ ਅਰਥ ਹੈ ਸ਼ਰਾਰਤ, ਆਬ ਦਾ ਅਰਥ ਹੈ ਪਾਣੀ, ਜਿਹਦੇ ਪੀਣ ਦੇ ਨਾਲ ਬੰਦੇ ਦੇ ਖਿਆਲਾਂ ਵਿੱਚ ਸਿਰਫ ਸ਼ਰਾਰਤਾਂ ਹੀ ਚੁੱਲਦੀਆਂ। ਸਿਰਫ ਇੱਕ ਬੇਨਤੀ ਕਰਾ, ਕੱਲਾ ਇਹ ਥੋੜਾ, ਕਈ ਤਰ੍ਹਾਂ ਦੇ ਨਸ਼ੇ ਨੇ, ਭੰਗ ਹੈ, ਪੋਸਤ ਹੈ, ਹਫੀਮ ਹੈ, ਕਈ ਤਰ੍ਹਾਂ ਦੇ ਨਸ਼ੇ ਵੇਖਣ ਨੂੰ ਸੁਣਨ ਨੂੰ ਮਿਲਦੇ ਆ। ਵੇਖਣ ਨੂੰ ਮੈਂ ਕਦੀ ਦੇਖਿਆ ਨਹੀਂ, ਤੇ ਮੈਨੂੰ ਸੱਚੀ ਇੱਕ ਵਾਰੀ ਕਿਸੇ ਕਿਹਾ ਉੱਥੇ ਵੀ ਭਾਈ ਸਾਹਿਬ ਤੁਸੀਂ ਚਿੱਟੇ ਤੇ ਨਹੀਂ ਬੋਲਦੇ, ਤੇ ਮੈਨੂੰ ਸੱਚੀ ਮਾਰੀ ਜੂਰੀ ਚ ਮੈਨੂੰ ਪਤਾ ਨਹੀਂ ਚਿੱਟਾ ਹੁੰਦਾ ਕੀ ਹੈ। ਫਿਰ ਮੈਂ ਕਿਸੇ ਨੂੰ ਪੁੱਛਿਆ ਵੀ ਮੈਨੂੰ ਉਹ ਵਾਰ-ਵਾਰ ਕਹਿੰਦੇ ਚਿੱਟਾ ਹੁੰਦਾ ਕੀ ਹੈ, ਪਹਿਲਾਂ ਮੈਨੂੰ ਦੱਸੋ ਤਾਂ ਸਹੀ। ਨਸ਼ਾ ਕਈ ਤਰ੍ਹਾਂ, ਈਵਨ ਕਿ ਜਿੱਥੇ ਇਹ ਮਾਦਕ ਨਸ਼ੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਸ਼ੇ ਹੋਰ ਵੀ ਬੜੇ ਖਤਰਨਾਕ ਨੇ, ਉਹ ਵੀ ਨਹੀਂ ਕਰਨੇ, ਉਹ ਤੋਂ ਹੀ ਬਚਣਾ ਹੈ। ਜਵਾਨੀ ਇੱਕ ਬੜਾ ਵੱਡਾ ਨਸ਼ਾ ਹੈ, ਪਦਵੀ ਉਦੋਂ ਹੀ ਵੱਡਾ ਨਸ਼ਾ ਹੈ, ਯਾਦ ਰੱਖਿਓ। ਤੇ ਜਿਹੜੀ ਪ੍ਰਭਤਾ ਹੈ, ਵਡਿਆਈ ਹੈ, ਇਹ ਉਸ ਤੋਂ ਵੀ ਵੱਡਾ ਨਸ਼ਾ ਹੈ। ਹਜ਼ੂਰ ਕਹਿੰਦੇ ਇਹਦੇ ਤੋਂ ਬਚ ਕੇ ਰਹਿਣਾ। ਪਿਛਲੇ ਦਿਨ ਮੈਂ ਅਰਜ਼ ਕੀਤੀ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਇੱਕ ਬਚਨ ਕਿਹਾ ਹੈ, ਧਨ ਜੋਬਨ ਪ੍ਰਭਤਾ ਕੈ ਮਦ ਮੈਂ। ਫਿਰ ਬੇਨਤੀ ਹੈ, ਧਨ ਉੱਥੇ ਸ਼ਰਾਬ ਦਾ ਜ਼ਿਕਰ ਨਹੀਂ, ਜੋਬਨ ਦਾ ਅਰਥ ਹੈ ਜਵਾਨੀ, ਪੈਸਾ ਜਵਾਨੀ, ਤੇ ਪ੍ਰਭਤਾ ਦਾ ਅਰਥ ਹੈ ਵਡਿਆਈ। ਵਡਿਆਈ ਮੇਰੀ ਜੈ ਜੈਕਾਰ ਹੋਵੇ। ਇੱਥੇ ਵੀ ਇਹ ਸਮੱਸਿਆ ਹੈ। ਪਹਿਲਾਂ ਆਪਾਂ ਦਿਹਾੜੀ ਕਰਨੇ ਆ, ਆਪਾਂ ਕਹਿੰਦੇ ਕਿਸ਼ਤਾਂ ਲੈ ਜਾਣੋ, ਘਰ ਦਾ ਕੰਮ ਚੱਲ ਪਿਆ, ਉਹ ਬੱਚੇ ਪੜ੍ਹ ਜਾਣ, ਤੇ ਜਿੱਦਣ 4 ਟਕੇ ਆ ਜਾਂਦੇ ਆ ਉਦੋਂ ਬਾਅਦ ਫਿਰ ਸ਼ੁਰੂ ਹੁੰਦਾ ਵੀ ਇਹਦੀ ਆਪਣੀ ਕਮਿਊਨਿਟੀ, ਆਪਣੀ ਚੌਧਰ ਕਿਵੇਂ ਕਾਇਮ ਹੋਵੇ। ਫਿਰ ਆਪਾਂ ਗੁਰਦੁਆਰੇ ਵੱਲ ਦੇਖਣਾ ਸ਼ੁਰੂ ਕਰ ਦਿੰਦੇ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਨਸ਼ਾ ਕੋਈ ਇੱਕ ਤਰ੍ਹਾਂ ਦਾ ਥੋੜਾ, ਗੁਰੂ ਤੇ ਗੁਰੂ ਨਾਨਕ ਸਾਹਿਬ ਮਿਲਦੇ ਆ। ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਉਹਨਾਂ ਨੇ ਪ੍ਰਸ਼ਨ ਕੀਤਾ ਕਿ ਥੱਲੇ ਕੀ ਹਾਲ ਚਾਲ ਹੈ, ਤੇ ਮਹਾਰਾਜ ਨੇ ਸਾਰਾ ਕਿਹਾ ਵੀ ਕੱਲ ਆਈ ਕੱਤੇ ਮੂੰਹ ਖਾਜਵਾ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋ ਅਲਾਈ। ਉਹਦੇ ਵਿੱਚ ਫਿਰ ਜਦੋਂ ਉਹਨਾਂ ਕਿਹਾ ਜੀ ਅਸੀਂ ਤਾਂ ਸਮਾਧੀਆਂ ਬੜੀਆਂ ਲਾਉਂਦੇ ਆ, ਅਸੀਂ ਪਰਿਵਾਰ ਤਿਆਗ ਦਿੱਤਾ, ਬੱਚੇ ਤਿਆਗ ਦਿੱਤੇ, ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਕਹਿਣ ਲੱਗੇ ਫਿਰ ਜੇ ਤੁਸੀਂ ਸਭ ਕੁਝ ਤਿਆਗ ਦਿੱਤਾ ਹੈ ਤੇ ਫਿਰ ਉਹਨਾਂ ਦੇ ਹਾਲਾਤ ਕਿਉਂ ਪੁੱਛਦੇ ਪਏ? ਤੁਸੀਂ ਇਹ ਪੁੱਛ ਰਹੇ ਹੋ ਕਿ ਸਿੱਧ ਪੁੱਛਣ ਸੋ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਤੁਸੀਂ ਪੁੱਛ ਰਹੇ ਹੋ ਮਾਤ ਲੋਕ ਵਿੱਚ ਕੀ। ਉੱਥੇ ਫਿਰ ਗੁਰੂ ਨੇ ਇੱਕ ਗੱਲ ਕਹੀ, ਉਹ ਤੁਹਾਨੂੰ ਥੋੜਾ ਬਹੁਤ ਗਿਆਨ ਹੋਇਆ,
ਤੁਸੀਂ ਇੰਨੇ ਕਮਜ਼ੋਰ ਹੋ ਗਏ ਅੰਦਰੋਂ, ਸਿੱਧ ਛਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਉਹਨਾਂ ਨੇ ਕਿਹਾ ਤੁਸੀਂ ਲੁਕ ਗਏ, ਤੁਸੀਂ ਸਮੱਸਿਆ ਨੂੰ ਸਾਹਮਣਾ ਨਹੀਂ ਕਰ ਸਕੇ, ਪ੍ਰੋਬਲਮ ਆਈ ਤੁਸੀਂ ਫੇਸ ਨਹੀਂ ਕਰ ਸਕੇ, ਇਸ ਕਰਕੇ ਤੁਸੀਂ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦੇ ਹੋ, ਤੁਸੀਂ ਛੱਡ ਗਏ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਦਾ ਤਿਆਗ ਜਾਂ ਗੁਰਮਤ ਦਾ ਤਿਆਗ, ਫਿਰ ਕਿਤੇ ਮੌਕਾ ਮਿਲਿਆ ਆਪਾਂ ਇਸ ਡਿਟੇਲ ਨਾਲ ਅਰਜ਼ ਕਰਾਂਗੇ ਇੱਕ ਇੱਕ ਸ਼ਬਦ ਤੇ। ਗੁਰਮਤ ਦਾ ਤਿਆਗ ਕਿਤੇ ਵੀ ਤਿਆਗ ਨਹੀਂ ਤੁਸੀਂ ਪਰਿਵਾਰ ਨੂੰ ਤਿਆਗੋ, ਕਿਤੇ ਤਿਆਗ ਨਹੀਂ ਤੁਸੀਂ ਮਾਪਿਆਂ ਨੂੰ ਤਿਆਗ ਦਿਓ। ਹੈ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਕਿਤੇ ਵੀ ਤਿਆਗ ਇਹ ਨਹੀਂ ਕਿਹਾ ਕਿ ਤੁਸੀਂ ਸਮਾਜ ਨੂੰ ਤਿਆਗ ਦਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਰੱਬ ਨੂੰ ਪਾਉਣ ਲਈ ਤੁਸੀਂ ਸੰਸਾਰ ਨੂੰ ਤਿਆਗ ਹੀ ਬੈਠੇ ਹੋ, ਉਸ ਰੱਬ ਨੇ ਤਾਂ ਖੁਦ ਸੰਸਾਰ ਨੂੰ ਨਹੀਂ ਤਿਆਗਿਆ। ਕੀ ਪ੍ਰਮਾਤਮਾ ਸੰਸਾਰ ਤੋਂ ਵੱਖਰਾ? ਨਹੀਂ ਨਹੀਂ, ਉਹ ਇੱਥੇ ਤਿਆਗਣਾ ਕੀ ਹੈ। ਮਹਾਰਾਜ ਕਹਿੰਦੇ ਆ ਜਿਹੜੀਆਂ ਤੇਰੀਆਂ ਗੰਦੀਆਂ ਵਾਸ਼ਨਾਵਾਂ ਨੇ ਨਾ, ਵਾਸ਼ਨਾਵਾਂ ਨੂੰ ਤਿਆਗ ਦੇ। ਤੂੰ ਕਾਮ ਨੂੰ ਤਿਆਗ, ਕ੍ਰੋਧ ਨੂੰ ਤਿਆਗ। ਆਪਾਂ ਪੜ੍ਹਨੇ ਤਿਆਗਣਾ, ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਉਹ ਤਿਆਗਣਾ। ਆ ਤਿਆਗ ਜੇ ਤਿਆਗਣਾ ਹੈ ਤਾਂ ਫਿਰ ਬੇਨਤੀ ਕਰਾ, ਇੱਥੇ ਤਿਆਗ ਅੰਦਰ ਦੀ ਵਾਸ਼ਨਾ ਦਾ ਹੈ, ਅੰਦਰ ਦੇ ਗੰਦੇ ਫੁਰਨਿਆਂ ਦਾ ਹੈ, ਖਿਆਲਾਂ ਦਾ ਹੈ। ਦੂਸਰੀ ਮੈਂ ਬੇਨਤੀ ਕਰਨਾ, ਬੈਰਾਗ। ਇੱਥੋਂ ਦਾ ਬੈਰਾਗ ਜਿਹੜਾ ਸਾਡਾ, ਉਹ ਬੈਰਾਗ ਮਸਤ ਅਲਮਸਤ ਸਦਾ ਹੁਸ਼ਿਆਰੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਉਹ ਬੈਰਾਗੀ ਹੈ ਨਾਮ ਰਸ ਦੇ ਵਿੱਚ ਝੂਮਾਂ ਹੁੰਦੀਆਂ ਨੇ ਉਹਨੂੰ, ਪਰ ਪਿਆਰੇ ਉਹ ਜਿਹਾ ਬੈਰਾਗੀ ਨਹੀਂ ਕਿ ਚਿਲਮਾ ਤਮਾਕੂ ਦੇ ਸੂਟੇ ਮਾਰੀ ਜਾਂਦਾ ਹੈ ਜਾਂ ਹਮ ਤੋਂ ਬੈਰਾਗੀ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਹੈ ਮਸਤ ਅਲਮਸਤ ਸਦਾ ਹੁਸ਼ਿਆਰੀ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੋ ਬੈਰਾਗ ਕੀ, ਤੇ ਸਤਿਗੁਰੂ ਬਾਣੀ ਚ ਬੇਅੰਤ ਪ੍ਰਮਾਣ ਦਿੰਦੇ ਆ। ਦੀਵਾਨਗੀ ਮੈਂ ਇੱਕ ਵਾਰੀ ਕਿਹਾ ਆ ਚੱਲਦਾ ਜੀ, ਅਸੀਂ ਸਾਡੇ ਬਾਬੇ ਦੀਵਾਨੇ ਮਸਤਾਨੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਖੁਦ ਦੀਵਾਨਾ ਤੇ ਮਸਤਾਨਾ ਹਾਂ। ਜਦੋਂ ਪਾਠ ਕਰਨੇ ਆ ਬਾਬਾ ਜੀ ਦਾ ਕਿ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਕੋ ਹਰ ਬਿਨ ਔਰ ਨਾ ਜਾਨਾ। ਇਹ ਦੀਵਾਨਗੀ ਹੈ ਨਾ। ਦੀਵਾਨਗੀ ਦਾ ਅਰਥ ਹੁੰਦਾ ਹੈ ਕਿਸੇ ਇੱਕ ਚੀਜ਼ ਦੇ ਪਿੱਛੇ ਇੰਨਾ ਘਤਾਈ ਕਰਕੇ ਪੈ ਜਾਣਾ, ਬਾਕੀ ਸਭ ਕੁਝ ਭੁੱਲ ਜਾਣਾ। ਦੀਵਾਨਗੀ ਪੈਸੇ ਦੀ ਵੀ ਹੁੰਦੀ ਹੈ, ਦੀਵਾਨਗੀ ਵਾਸ਼ਨਾ ਦੀ ਹੁੰਦੀ ਹੈ, ਤੇ ਰੱਬ ਨੂੰ ਵੀ ਪਾਉਣ ਵਾਸਤੇ ਦੀਵਾਨਗੀ ਦਾ ਅਰਥ ਹੈ ਇੱਕੋ ਧੁਨ ਵਿੱਚ ਮਸਤ ਹੋ ਜਾਣਾ, ਇੱਕੋ ਟਾਰਗੇਟ ਮਿੱਥ ਲੈਣਾ। ਹੁਣ ਮਹਾਰਾਜ ਨੇ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਅਗਲਾ ਸਵਾਲ ਸੀ ਕੌਣ ਦੀਵਾਨਾ? ਅੱਗੇ ਫਿਰ ਹਜ਼ੂਰ ਕਹਿੰਦੇ ਤਉ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ। ਦੀਵਾਨਾ ਹੋਵੇ ਜਿਹੜਾ ਰੱਬ ਦੇ ਭੈ ਵਿੱਚ ਜਿਉਂਦਾ ਹੈ। ਆ ਜੇ ਲੱਛਣ, ਤਉ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ। ਇੱਕ ਹੀ ਸਾਹਿਬ ਬਾਰਾ, ਦੂਜਾ ਅਵਰ ਨਾ ਜਾਣੇ ਕੋਈ। ਇੱਕ ਰੱਬ ਤੋਂ ਬਿਨਾ ਕਿਸੇ ਦੂਜੇ ਨੂੰ ਅੰਦਰ ਥਾਂ ਨਾ ਦੇ। ਤਉ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ। ਏਕਾਕਾਰ ਕੀ? ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਤਉ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ। ਹੁਕਮ ਪਛਾਣੇ ਖਸਮ ਕਾ, ਦੂਜੀ ਅਵਰ ਸਿਆਣ ਪੁਕਾਏ। ਕੋਈ ਸਿਆਣਪ ਆਪਣੀ ਨਹੀਂ ਵਰਦਾ, ਜੋ ਮਾਲਕ ਨੇ ਹੁਕਮ ਕਰ ਦਿੱਤਾ ਉਹਨੂੰ ਖਿੜੇ ਮੱਥੇ ਸਵੀਕਾਰ ਕੀਤਾ। ਤੀਸਰਾ ਹੈ ਤਉ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਗੁਰਮੁਖੋ ਐਸਾ ਬੈਰਾਗ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਸ਼ਕ ਨਹੀਂ। ਥੋੜੀ ਜਿਹੀ ਮੇਰੀ ਬੇਨਤੀ ਨੂੰ ਫਿਰ ਸੁਣਿਓ। ਸੱਚ ਜੇ ਅਸੀਂ ਕਈ ਵਾਰੀ ਕਹਿੰਦੇ ਮੈਂ ਇਮੋਸ਼ਨ ਹੋ ਗਿਆ, ਮੈਂ ਭਾਵੁਕ ਹੋ ਗਿਆ, ਤੇ ਮੈਂ ਆਪ ਨੂੰ ਬੇਨਤੀ ਕਰਾਂ ਭਾਵੁਕਤਾ ਤੋਂ ਬਿਨਾ ਅੰਦਰ ਬੰਦੇ ਦੀਆਂ ਗੰਢਾਂ ਨਹੀਂ ਖੁੱਲਦੀਆਂ। ਜਿਹੜਾ ਬੰਦੇ ਦੇ ਅੱਖਾਂ ਛੇਤੀ ਪਾਣੀ ਨਾ ਆਉਂਦਾ, ਇਹਦਾ ਮਤਲਬ ਉਹ ਅੰਦਰੋਂ ਗੰਢ ਨਹੀਂ ਛੇਤੀ ਖੁੱਲਦੀ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਨੂੰ ਸਵੀਕਾਰ ਕੀਤਾ ਹੈ, ਪਖੰਡ ਨਹੀਂ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗੁਰਮੁਖ ਪਿਆਰੇ, ਉਹ ਸ਼ਬਦ ਕਹਿੰਦੇ ਸਨ ਕਿ ਜੇ ਕਿਤੇ ਸ਼ਬਦ 'ਚ ਜੁੜਿਆ ਤੁਹਾਡੀਆਂ ਅੱਖਾਂ 'ਚੋਂ ਕਥਾ ਕੀਰਤਨ ਪਾਠ ਵੇਲੇ ਤੁਰ ਅੰਦਰ ਤੋਂ ਪਿਘਲ ਕੇ ਅੰਦਰ ਅੱਖਾਂ 'ਚੋਂ ਨੀਰ ਬਣ ਕੇ ਵਹਿ ਤੁਰੇ, ਉਹ ਇੱਕ ਅਥਰੂ ਵੀ ਕਰੋੜਾਂ ਜਨਮਾਂ ਦੀ ਮੈਲ ਧੋਣ ਦੀ ਸਮਰੱਥਾ ਰੱਖਦਾ ਹੈ। ਇਹ ਪਰ ਉਹ ਬਖਸ਼ਿਸ਼ ਕਰੇ ਤਾਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਖੁਸ਼ਕ ਨਹੀਂ। ਮੈਂ ਆਪ ਨੂੰ ਕਿਹਾ ਇਹ ਰਸਕ ਬੈਰਾਗੀ ਪੁਰਖਾਂ ਦਾ ਘਰ ਹੈ। ਸ਼ਬਦ ਸੁਣਿਓ। ਕਈ ਮੈਂ ਬਾਹਰ ਜਾਣਾ, ਉੜੀਸਾ ਵਿੱਚ, ਬਿਹਾਰ ਵਿੱਚ,
कई संप्रदावां ने ਉਹਦੇ ਵਿੱਚ ਉਹ ਬੈਰਾਗੀ ਆਪਣੇ ਆਪ ਨੂੰ ਕਹਿੰਦੇ ਨੇ, ਪਰ ਅੰਦਰ ਖੁਸ਼ਕ, ਮੱਥਾ ਸੁੱਕਿਆ, ਚਿਹਰਾ ਸੁੱਕਿਆ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਪੂਰਬ ਜਨਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ, ਰਸਕ ਬੈਰਾਗੀਆਂ ਦਾ ਘਰ ਹੈ। ਇਹ ਰਸਕ ਬੈਰਾਗੀਆਂ ਦਾ ਘਰ ਹੈ। ਇਸੇ ਕਰਕੇ ਰਸਕ ਬੈਰਾਗੀਆਂ ਦੀ ਜਦੋਂ ਗੱਲ ਕੀਤੀ, ਥੋੜਾ ਜਿਹਾ ਅੱਜ ਮੈਂ ਤਾਂ ਲਿਆ ਵੀ ਗੱਲ ਮੌਤ ਦੀ ਵੀ ਕਰਨੀ ਹੈ, ਕਿਤੇ ਇਹ ਨਾ ਸਮਝਣ ਬਾਬਾ ਜੀ 2 ਦਿਨ ਮੌਤ ਦੇ ਹੀ ਕੰਮ ਕਰੀ ਗਏ। ਮੈਂ ਤਾਂ ਬੇਨਤੀ ਥੋੜੀ ਜਿਹੀ ਕਰਨ ਲੱਗਾ ਕਿ ਰਸਕ ਬੈਰਾਗੀ ਜਿਹੜਾ ਹੈ, ਗੁਰੂ ਸਾਹਿਬ ਭਾਈ ਸਾਹਿਬ ਜੀ ਬਚਨ ਕਰਦੇ ਆ, ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ हे ਸਤਿਗੁਰੂ, ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹ ਜੁਹਾਰੀ। ਇਹ ਗੱਲ ਧਿਆਨ 'ਚ ਰੱਖਿਓ, ਜਿੱਥੇ ਸ਼ਬਦ ਭਾਈ ਗੁਰਦਾਸ ਸਾਹਿਬ ਦੀ ਰਚਨਾ ਚਾਵੇ ਜੁਆਰੀ, ਜੱਜੇ ਨੂੰ ਔਂਕੜ ਐੜਾ, ਕੰਨਾ ਰਾਰਾ ਤੇ ਬਿਹਾਰੀ ਜੁਆਰੀ, ਉਹਦਾ ਲਫ਼ਜ਼ੀ ਅਰਥ ਹੈ ਜੂਆ ਖੇਡਣ ਵਾਲਾ। ਜਿੱਥੇ ਐੜੇ ਦੀ ਥਾਂ ਤੇ ਹਾਂ ਆ ਜਾਏ ਜੁਹਾਰੀ, ਉਹਦਾ ਲਫ਼ਜ਼ੀ ਅਰਥ ਹੈ ਮੱਥਾ ਟੇਕਣਾ। ਜੁਆਰ ਦਾ ਅਰਥ ਜੂਆ ਖੇਡਣਾ ਤੇ ਜੁਹਾਰ ਦਾ ਲਫ਼ਜ਼ੀ ਅਰਥ ਹੈ ਨਮਸਕਾਰ ਕਰਨਾ। ਸਤਿਗੁਰ ਸੱਚਾ ਪਾਤਸ਼ਾਹ ਜੁਹਾਰੀ, ਸਾਧ ਸੰਗਤ ਸੱਚਖੰਡ ਹੈ, ਆਏ ਝਰੋਖੇ ਖੋਲ੍ਹੇ ਬਾਰੀ। ਇਹ ਰਸਕ ਬੈਰਾਗੀਆਂ ਦਾ ਕਹਿੰਦੇ ਨੇ ਸਤਿਗੁਰੂ ਆਪ ਜੀ ਦਾ ਸੰਗਤ ਜਿਹੜੀ ਹੈ ਸੱਚਖੰਡ ਦਰਬਾਰ ਹੈ। ਪੁਰਾਣੇ ਸਮੇਂ ਸੀ ਜੀ, ਝਰੋਖਾ ਹੁੰਦਾ ਸੀ ਮਹਿਲ ਦੇ ਵਿੱਚ, ਜਿਹੜੇ ਪੁਰਾਣੇ ਮਹਿਲ ਸਨ, ਉਸ ਝਰੋਖੇ ਦੇ ਵਿੱਚੋਂ ਬਾਰੀ ਖੋਲ ਕੇ ਬਾਦਸ਼ਾਹ ਫਰਿਆਦ ਕਰਨ ਵਾਲਿਆਂ ਨੂੰ ਦੇਖਦਾ ਹੁੰਦਾ ਸੀ। ਉਹਨੇ ਝਰੋਖੇ 'ਚੋਂ ਦੇਖਣਾ, ਬਾਰੀ ਖੋਲਣੀ। ਕਹਿੰਦੇ ਸੱਚੇ ਪਾਤਸ਼ਾਹ, ਇਹ ਸਾਧ ਸੰਗਤ ਸੱਚਖੰਡ ਹੈ, ਤੁਸੀਂ ਆਪਣੇ ਮੁਖ ਦੇ ਝਰੋਖੇ ਵਿੱਚੋਂ ਜਦੋਂ ਆਪਣੀ ਰਸਨਾ ਦੀ ਬਾਰੀ ਖੋਲਦੇ ਹੋ, ਵਾਹ ਵਾਹ। ਕਹਿੰਦੇ ਜਦੋਂ ਤੁਸੀਂ ਰਸਨਾ 'ਚੋਂ ਬੋਲਦੇ ਹੋ, ਸਤਿਗੁਰ ਸੱਚਾ ਪਾਤਸ਼ਾਹ ਜੁਹਾਰੀ, ਸਾਧ ਸੰਗਤ ਸੱਚਖੰਡ ਕੈ, ਆਏ ਝਰੋਖੇ ਖੋਲ੍ਹੇ ਬਾਰੀ। ਅੱਗੇ ਕਹਿੰਦੇ ਨੇ ਅਮਿਓ ਕਿਰਨ ਨਿਝਾਰ ਚਰੈ, ਅਨਹਦ ਨਾਦ ਵਾਇਨ ਦਰਬਾਰੀ, ਪਾਤਸ਼ਾਹਾਂ ਦੀ ਮਜਲਿਸ ਹੈ, ਪਿਰਮ ਪਿਆਲਾ ਪੀਵਣ ਭਾਰੀ। ਥੋੜੇ ਜਿਹੇ ਦੇ ਅਰਥ ਸੁਣਿਓ ਕਿ ਬਾਦਸ਼ਾਹਾਂ ਦੇ ਦਰਬਾਰ ਵਿੱਚ ਸਾਕੀ ਜਿਹੜਾ ਉਹ ਸੁਰਾਈ ਲੈ ਕੇ ਨਸ਼ਾ ਵਰਤਾਂਦਾ। ਆਪ ਨੂੰ ਪਤਾ ਹੋਣਾ ਵੀ ਸਾਕੀ ਉਹਨੇ ਸੁਰਾਈ ਪਕੜੀ ਹੈ, ਉਹ ਪਿਆਲੇ ਭਰ ਕੇ ਦਿੰਦਾ। ਭਾਈ ਸਾਹਿਬ ਕਹਿੰਦੇ ਆ ਸਾਧ ਸੰਗਤ ਜੀ ਸੁਰਤ ਨੂੰ ਟਿਕਾਈਏ ਤੇ ਦੇਖੋ ਸ਼ਬਦ ਕੀ ਵਰਤਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਮੁਖ ਦਾ ਬਾਰੀ ਖੋਲਦੇ ਆ, ਇਸ ਵਿੱਚੋਂ ਝਰੋਖੇ 'ਚੋਂ ਆਪਣੀ ਰਸਨਾ ਰੂਪ ਇਹ ਬਾਰੀ ਜਦੋਂ ਖੋਲਦੇ ਆ, ਕਹਿਣ ਲੱਗੇ ਇਹਦੀ ਰਸਨਾ 'ਚੋਂ ਬੋਲ ਨਿਕਲਣ ਦੀ ਦੇਰ ਹੈ। ਇਹਦੇ ਦਰਬਾਰ ਵਿੱਚ ਅਨਹਦ ਨਾਦ ਦਾ ਕੀਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਈ ਸਾਹਿਬ ਐਵੇਂ ਨਹੀਂ ਕਹਿ ਰਹੇ। ਅਗਲਾ ਬਚਨ, ਪਾਤਸ਼ਾਹਾਂ ਦੀਆਂ ਮਜਲਿਸਾਂ ਵਿੱਚ ਲੋਕ ਸੁਰਾਈਆਂ 'ਚ ਨਸ਼ਾ ਵਰਤਾਉਂਦੇ ਆ। ਹੇ ਸਤਿਗੁਰੂ, ਤੇਰੇ ਘਰ ਵਿੱਚ ਪ੍ਰੇਮਾ ਭਗਤੀ, ਤੇਰੇ ਘਰ ਦੇ ਵਿੱਚ ਰੂਹਾਨੀਅਤ ਦੀਆਂ ਪਿਆਲੇ ਵੰਡੇ ਜਾਂਦੇ ਆ। ਮੈਂ ਇਹਦੇ ਲਾਇਕ ਨਹੀਂ ਕਿ ਮੈਨੂੰ ਪੂਰਾ ਪਿਆਲਾ ਮਿਲ ਜਾਏ। ਜਿਸ ਪਿਆਲੇ ਵਿੱਚ ਤੂੰ ਰੋਜ਼ ਪੀਣਾ, ਇੱਕ ਮੈਨੂੰ ਬੂੰਦ ਹੀ ਦੇ ਜਾ। ਮੇਰੇ ਲਈ ਇੱਕ ਬੂੰਦ ਹੀ ਬਹੁਤ ਹੈ। ਪਾਤਸ਼ਾਹਾਂ ਦੀ ਮਜਲਿਸ ਹੈ, ਪਿਰਮ ਪਿਆਲਾ ਪੀਵਨ ਭਾਰੀ, ਸਾਕੀ ਹੋਏ ਪਿਲਾਵਣਾ। ਜੇ ਤੂੰ ਸਾਕੀ ਬਣੇ, ਤੂੰ ਪਿਆਰ ਵਾਲਾ ਹੋਵੇਂ, ਸਾਕੀ ਹੋਏ ਪਿਲਾਵਣਾ, ਉਲਸ ਪਿਆਲੇ ਖਰੀ ਖੁਮਾਰੀ। ਉਲਸ ਪਿਆਲੇ ਦਾ ਸ਼ੀਤ ਪ੍ਰਸਾਦ ਕਹਿ ਲੋ ਕਿ ਜਿਸ ਪਿਆਲੇ 'ਚ ਤੂੰ ਪੀਤਾ ਹੈ, ਬਸ ਉਹਦੀ ਇੱਕ ਇੱਕ ਮਿਲ ਜਾਏ। ਇਸੇ ਕਰਕੇ ਭਾਈ ਸਾਹਿਬ ਵੀਰ ਸਿੰਘ ਉਹਨਾਂ ਲਿਖਿਆ ਸੀ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੁਵੇ ਸਿਆਣੇ, ਉਸ ਰਾਹ ਪਾਵੇਂ ਕਿਉਂ ਜਿੰਦੇ, ਜਿਸ ਰਾਹ ਪੂਰ ਮਹਾਣੇ। ਭਟਕਣ ਛੱਡ ਲਟਕਲਾ ਇੱਕੋ, ਖੀਵੀ ਹੋ ਸੁਖਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ, ਜੋ ਰੱਖਦੀ ਸਦਾ ਟਿਕਾਣੇ। ਕਿ ਅਸਲ 'ਚ ਉਹ ਰਸ, ਮੈਂ ਫਿਰ ਬੇਨਤੀ ਕੀਤੀ, ਤਿਆਗ ਅੰਦਰੂਨੀਆਂ ਵਾਸ਼ਨਾਵਾਂ ਦਾ। ਗੁਰੂ ਤੇਗ ਬਹਾਦਰ ਵਰਗਾ ਕੋਈ ਤਿਆਗੀ ਨਹੀਂ ਸੰਸਾਰ 'ਚ ਹੋਇਆ। ਮੈਂ ਸੰਸਾਰ 'ਚ ਕਹਿ ਰਿਹਾ, ਗੁਰੂ ਜੋਤ 'ਚ ਮੈਂ ਥੋੜਾ ਰਿਪੀਟ ਕਰ ਦੇਣਾ। ਮੇਰੀ ਇੱਛਾ ਸੀ ਮੈਂ ਅੱਜ ਇਤਿਹਾਸ ਨੂੰ ਥੋੜਾ ਬਾਤਾ ਜ਼ਰੂਰ, ਪਰ ਆਪਾਂ ਸ਼ਬਦ ਦੀ ਡੂੰਘਾਈ 'ਚ ਟੁੱਬੀ ਸਾਰੇ ਮਾਰਾਂਗੇ ਇੱਕ ਵਾਰੀ। ਦੇਖੋ ਇਦੋਂ ਵੱਡਾ ਕੋਈ ਤਿਆਗੀ ਹੈ ਕਿ ਮੈਂ ਕੱਲ ਪਰਸੋਂ ਕਿਹਾ ਸ਼ਾਇਦ ਮਡੇਰੇ ਭਰ ਜੋਬਨ ਵਿੱਚ ਬਾਬਾ ਬਕਾਲਾ ਸਾਹਿਬ ਬੈਠ ਕੇ ਇਬਾਦਤ ਕਰਦੇ ਆ। ਹਜ਼ੂਰ ਆਪ ਨੇ, ਮਾਂ ਉਹਨਾਂ ਦੇ ਨਾਨਕੀ ਜੀ ਨਾਲ ਨੇ, ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ ਨੇ, ਤੇ ਉੱਥੇ ਗੁਰੂ ਤੇਗ ਬਹਾਦਰ ਗ੍ਰਿਸ਼ਤ ਦੀ ਐਸ ਤੁਕਾਂ ਦੇ ਵਿਆਖਿਆ ਕਰ ਰਿਹਾ। ਸੋ ਗਿਰਹੀ ਜੋ ਨਿਗਰੋਹ ਕਰੇ, ਜਪ ਤਪ ਸੰਯਮ ਭੀਖਿਆ ਕਰੇ,
पुन दान का करे शरीर सो गिरही गंगा का नीर। गिरही का लफ्जी अर्थ है गृहस्थी कि असल च सो गिरही जो निग्रहो। निग्रह का लफ्जी अर्थ हुंदा है अपनी इंद्रियां विच उठदियां होईयां वासनावां नूं रोक लेना। रोकण च बड़ा फर्क है। बड़े यतन करते हैं कई जिहड़े ने वो इंद्रियां नूं कोई अखां कढ दिंदा है इस तरह जी। महाराज कहंदे आ साडे घर च रोकण दा तरीका होर है। ਇਹਦੇ ਵਿੱਚ सच ਇਹ ਵੇ कि ਜਿਹੜੀ એનર્ਜੀ ਬਾਹਰ ਮੁਖੀ ਵਾਸ਼ਨਾ ਵਿੱਚ ਪ੍ਰਵਿਰਤ ਹੈ ਉਹਨੂੰ ਉਲਟਾ ਕੇ ਜਦੋਂ ਨਾਮ ਵੱਲ ਤੋਰਨੇ ਆ ਤੇ ਸਾਰਾ ਆਪਣੇ ਆਪ ਹੀ ਖਹਿੜਾ ਛੁੱਟ ਜਾਂਦਾ। हजूर ने कहा सो गिरही जो निग्रह करे जप तप संयम भीख्या करे वो जप तप संयम यदी खैर मंगदा है क्योंकि जप तप संयम तो बिना इंद्री जित हो ही नहीं सकता। गल्लां नाल हट कोई कर लेगा। जप तप संयम भीख्या करे अगे कहते पुन दान का करे शरीर सो गिरही गंगा का नीर। इस त्यागी सतगुरु तेग बहादुर वर्गा सच्ची मुची गृहस्थी कोई नहीं। मैं कल भी शायद अर्ज की 45 साल की उम्र च बेटे का जन्म होया। गुरु तेग बहादुर साहब की उम्र 45 साल, विआह होया नूं 32-33 साल हो गए। मैरिज तो विआह तो आनंद कारज तो शादी तो 32-33 साल बाद मैं शब्द वरत रहा। घर पुत्र की दात मिली पर किन्ना को लगाओ प्यार किया। ये नहीं कि कहता नहीं मैं पुत्र नहीं वेखना, पर गुरमुखो पुत्र का जन्म होया। गुरु तेग बहादुर सच्चा पातशाह पुत्र दे जन्म वेले पटने की धरती ते नहीं। जिदन बाप ते बेटा मिले उदन गुरु गोबिंद राय की उम्र 5 साल की हो चुकी सी। प्यारिओ इदू वड्डा कोई त्याग है? फिर इन्ना मौत नूं चैलेंज करना कि कहना तुसी जाओ घरां नूं मैं जाके औरंगजेब मेरे बारे कह दो, बड़ी वड्डी गल है जी। अंज कहन छोटी जी कह दो नहीं जी महाराज ने बेनती सुनी तो कह दिता तुसी कह दो औरंगजेब नूं। याद रखियो ये शब्द बच्चों वाले बचकाने नहीं, उस बंदे नूं कहना जिहड़ा बंदा जिउंदियां दी खल लवा दिंदा है, जिउंदियां नूं मरवा दिंदा है। गुरु तेग बहादुर पूरी तैयारी कर चुके ने इस जुल्म की राज टक्कर लैण वास्ते। ये मैं बेनती करा जिथे त्याग है उत्थे बैराग बड़ा शिखरदा है। ते बैराग नाल एक शब्द मैं वरतना होना अनुराग। अनुराग का लफ्जी अर्थ है प्रेम। उन्हां दे अंदर प्रेम फुट फुट के है। अज गुरु तेग बहादुर जो मेरे तुहाडे नाल वापरना है, मैं सच कह रहा वापरना कह रहा, जां साडे बजुर्गां नाल वापर चुका है जिहड़े घरों जा चुके ने। उस असलीयत नूं गुरु तेग बहादुर जी कहंदे ने बंदिओ मेरी गल मान लो। ए ढांचा जिन्हों हार शिंगार करी फिरदे हो, जिहड़े चंब दे मड़े नूं चुकी फिरदे हो, इन्हें नहीं जे साथ देना। हजूर ने शब्द वरतिया तिलंग महला 9वां। तिलंग राग में अगे अर्थ किए 9वें सतगुरां दा शब्द जाग लिहो रे मना जाग लिहो कहाँ गाफल सोया क्यों तू गाफलताई दी नींद सुता है। हुण ये बेनती है जागना ते सौना की है। इत्थे मन नूं क्या जाग, ये शब्द फिर ध्यान नाल सुनियो। मन नूं क्या जाग ते तन बारे कहने साथ नहीं देना। इत्थे नहीं क्या तन नूं जगा, हालां बाणी च तन दे जागण बारे भी हुंदा है। जाग लिहो रे मना जाग लिहो कहाँ गाफल सोया। ये नहीं क्या तन गोफल सोया, कहते मना काड़ी गाफलताई दी नींद भी सुता है। जो तन उपजिया संग ही सो भी संग ना होया। इत्थे सतगुरां ने तन नूं जागण लई नहीं कहा, इत्थे मन नूं जागण लई कहा ते तन दी नाशवानता कही। फिर बेनती जिहड़ा तन नाल उपजे इहने साथ नहीं जाना, पर यह थोड़ा क्या तन नूं जगा कहंदे मन नूं जगा। गुरमुखो जागना ते सौना एक तरह का नहीं हुंदा। गुरु ग्रंथ साहिब विच एक बचन हुंदा है जागत सोवत बहु प्रकार गुरमुख जागै सोई सार। महाराज जी का बचन है। फिर शब्द सुनियो जागत जागना, अगे मैं शब्द वरते है सोवत सौना। एक तरह के हुण सानू जागना कोई पूछे आपां कहांगे जदों गहरी नींद आ गई घुराड़े मारन लग पे उदों जी सौ गए, तो जदों थोड़ा खड़का सुनिया उठ के बह गए। साडी नज़र च जागना ते सौना सिर्फ तन की क्रिया है, पर गुरु ग्रंथ साहिब कहते इत्थे हर इंद्रिय की क्रिया बनया होया है। जागत सोवत बहु प्रकार
कई तरह का जागना सौना कि हुण असीं देखांगे बाणी च। गुरमुख जागै, जिहड़ा गुरु के सन्मुख होकर जागदा, सोई सार सारदर ते श्रेष्ठ। वो ही श्रेष्ठ है, वो ही सर्वोत्तम है जिहड़ा गुरु दे शब्द दे विच जाग पैंदा है। हुण आओ जी, किहड़ी नींद तो कह रहे, मन नूं काहदी नींद आ गई? एक बचन असीं हजूर दा लांगे होर। आ जिन्ने इंद्रे ने ना जी, ये जागदे होए भी सुते आ। जे सिमरन नहीं तां कहना बहुत सौखा प्यारो, सच्ची जे बंदे दी बस हो जाती इस काम दे विच इधर तुरदे आ। एक एक इंद्रा सुता होया है, ते शरीरक तौर ते नहीं, शरीरक तौर ते जागदा है, पर गुरु ग्रंथ साहिब कहंदे ने खै सुता ही। अखां सुत्तियां ने, कन सुते ने, जीभ सुती है, मन सुता है। केड़ा सोना है? वो की सोना है? हजूर दी बाणी दा बचन है कि नैनो नींद जाग लिखो रे मना जाग। इहदे नाल संबंधित है सारा। नैनो नींद, नैनो दा अर्थ है नेत्र, नेत्रां विच नींद आ गई। तो हुण भी सानूं जदों बहुत थके हुंदे आ, अख लग जाती है, बंदा झमकी लै लैंदा, पर इत्थे ते कह रहे ने नैनो नींद। किहड़ी नींद? पर दृष्ट। याद रखो अगे एक लफ्ज होर वरतिया है, विकार। एक एक गल ध्यान नाल सुनियो, अज मैं थोड़े जिहे अर्थ हट के करने टीके तो। नैनो नींद, पर दृष्ट विकार। अखां नूं नींद उदों नहीं आउंदी जदों थक के मंजे ते लेटने आ। अखां नूं नींद उदों व्यापदी जदों अखां खुलियां होईयां पर दृष्ट, पराए दृश्य नूं। पर दृष्ट दा अर्थ वैसे तन ही है। पराए तन नूं, पराए धन नूं, पराई वस्तु नूं किस ढंग नाल वेखदियां ने? विकार, काम, क्रोध, लोभ, मोह, हंकार दे ख्यालां नाल जदों दूजे दी चीज़ वेखना चेते रखी, उदों तेरियां अखां नूं नींदर आई हुई है। ये सुत्तियां ने। पर पाठ मैनूं पता तुहानूं सब नूं चेते होना है। नैनो नींद पर दृष्ट विकार। पर दृष्ट विकार दी बिरती नाल, वासना दी बिरती नाल ये तेरियां अखां नूं नींद आई हुई है। ये नेस्ती है। ते अपने मन नूं पता है कदों कदों अखां सौंदियां ने। ये तां प्यारिओ सवेर दे 5 वजे दे उठियां रात दे 9 वजे तक सुत्तियां ही रहिंदियां ने। कदी तन आ गया, कदी धन आ गया, कुछ आ गया। क्योंकि जदों महाराज कहते विकार वाली बिरती नाल, नैनो नींद पर दृष्ट विकार, सरवण सोए सुन निंद विचार। फिर सुनियो, सरवण सोए, कन सौ गए कदों? जदों किसी की निंदिया वाले ख्याल सुने। बड़ा रस आउंदा उहदे विच। जिवें आ नींद बड़ी प्यारी लगती है ना, चेते रखियो इस तरह जागदे हुए इंद्रियां नूं नींद बड़ी प्यारी लगती है। सुते बंदे नूं तन करके सुते नूं उठा दिओ, लड़न तक जांदा है, भैड़ा बोलदा है। ते इन्हां इंद्रियां नकम्मियां नूं भी जदों किते जगान लगी, ये भी भैड़ा ही अंदरों सोचदे आ, कौन है बंदा जिन्हें मैनूं हटा दिता। महाराज कहंदे नैनो नींद पर दृष्ट विकार, सरवण सोए सुन निंद विचार। तीसरा बचन है रसना सोई लोभ। फिर एक ध्यान नाल सुनियो, उत्थे नेत्रां नूं पर दृष्ट कहा, दूजा कुछ नहीं कहा। एक ही कहा ना पर दृष्ट विकार। ते कन्नां लई शब्द वरत्या सुन निंद विचार, इक्को ही गल हो गई। उत्थे पर दृष्ट ते कन्नां नूं निंदिया, ये जीव नूं दो कहे आ। नैनो नींद पर दृष्ट विकार, सरवण सोए सो निंद विचार। रसना सोई लोभ, मीठा स्वाद, इनू बड़ियां बीमारियां चंबड़ियां ने। मैं कई बारी सोचना हुन्ना, अखां सिर्फ देखना ही ना, कन्ना ने सिर्फ सुनना है। गुरमुखो आ जिहड़ी है ना, ये जिहड़ा जीव का टुकड़ा मास वाला, ये बहुत कुछ करता जी। इनू तो एक स्वाद पता नहीं किन्ने कुछ स्वाद नूं चंबड़े होया। इतों तक महापुरुष कहंदे हुंदे सन कि रसना बोलन हारीए, बोले आल बताल। मैं एक बार जिक्र किया सी राड़ा साहब वाले, रसना बोलन हारीए, बोले आल पताल। तू तां अंदर वड़ गई, छितर सहे कपाल। जो आया मुँह च बोल दिता। इनू तो कि बाहर के मैं सीधे झटके शब्द वरतना, जदों भी बंदा भैड़ा बोलता, कोई थोड़ा कहता जीव नूं मारो जुत्तियां, कहते सिर च मारो जुत्तियां। वो बोल कोई गया, जुत्तियां कोई खाई जाता है। फिर मेरी बेनती है, इनू ध्यान न लिया जी। लोभ मीठा स्वाद,
एक लालच एक मिठे दे स्वाद विच, रसना सोई लो मीठा स्वाद अगला है, मन सोया माया बिस्माद। ये मैं अर्थ थोड़े जे करने चाहना। एक तो बिस्माद है रूहानियत का, विस्माद नाद विस्माद वेद विस्माद जी विस्माद भेद। ये कमाल कर दी सतगुरां ने। ये अर्थ ये गुरमुख विद्वान ने किया। रस मन सोया माया बिस्माद, ये दो हिस्सों च अर्थ किए। बिस्माद समझ गए? बिस का अर्थ है विष जहर वासना, ते माद का अर्थ है मस्त हो जाना। विस्माद नाद के अर्थ वखरे। इत्थे बिस्माद है, ਇਹਦਾ मतलब उस ਜ਼ਹਿਰ ਦੇ ਵਿੱਚ मन मस्त हो गया, उस विचों प्रवृत्त हो गया। नैनो नींद पर दृष्ट विकार, सरवण सोए सो निंद विचार, रसना सोई लो मीठे स्वाद, मन सोया माया विस्माद। इस ग्रह में कोई जागत रहे, जाग ले हो रे मना जाग लियो। इस ग्रह में कोई जागत रहे, साबत वस्तो अपनी लहे, सगल से हेरी अपने रस माती। किन्ने जागना? मन ने कित्थे जागना? जिन्हों ने मदद करनी सी वो अपने अपने पासे दौड़ गए। अखां अपना रस वेख रही ने, कन अपना वेख रहे ने, जीभ अपनी वेख रही है, इंद्रियां भजियां फिरदियां। महाराज कहते ਜਿਹੜੀਆਂ सहेलियां सन ना वो ही डूब गई इनू। सहेलियां का अर्थ इंद्रियां। सगल सहेली अपने ग्रह माती, अपने रस माती, ग्रह अपने की खबर ना जाती। मूसनहार पंच बटवारे, सोने नगर परे ठगहारे। इस करके गुरु ग्रंथ साहब हुण मैं अगे बेनती करनी, किवें जागे? ये तो कह दिता मन नूं जगाइए। हुण जे दिसदा होवे ते बंदा इहनूं खिच तूगे कह चल उठ जाग, दिसदा भी कोई नहीं। मैं एक दिन कहा सी ये बंदे दी दिसदा कोई नहीं, अन दिसदा माइंड, ते सारे दिसदे नूं अपने गुलाम बनाई बैठा। पैर दे अंगूठे तो लैके सिर दी चोटी तक, याद रखियो यही सारी कहानी है। उंज इस विषय च प्रवृत्त है ना। हाँ, ये जिन्नी देर तक बॉडी जिउंदी है उन्नी देर तक इहदे नाल काम करदा है, इनू रज के वरतदा है। वरतन तो बाद कहंदा तू टट्ठे कोई सड़का, मैं अगली बॉडी जावांगा। मन शरीर दे नाल कदी नहीं सड़िया। फिर बेनती, जे गुरमत की रोशनी च देखो, जन्म जन्म की इस मन को मल लागी कई जन्मां दा है। क्योंकि ये भी उन्नी देर तक रस ले रहे जिन्नी देर तक अंदर चेतना है। जे चेतना नहीं, थोड़ा जिहा समझने लिए मैं एक उदाहरण देंगा सरल जी। चेतना जाना जी जिन्नी देर तक जियो है उन्नी देर तक सब कुछ। बंदा नशा करता मान लो, जां कोई मिठी चीज़ या स्वाद वाली कोई चीज़ चखदा है, असी कही जी स्वाद शरीर लैंदा है। शरीर नहीं जे लैंदा प्यारिओ, शरीर तां लैंदा अंदर चेतना है। तां बंदा मर गया ते ओदा मूँह खोल के भावें 5 किलो विच घ्यो पा दिओ, उन्होंने कोई फर्क नहीं पैना। मरे कोई बंदे दे मूँह विच लोकी शराब दियां बोतलां उडेली जाण, उन्होंने नशा नहीं चढ़ना। शराब विच नशा है, घ्यो विच ताकत है, मिठे विच मिठास है, पर वो भी चीज़ां तां बाहरों असर करनगियां जे अंदर चेतना कायम है। तां जे चेतना कायम नहीं तो जिहो जिहा लक्कड़ उत्ते सड़ दिता घ्यो, उहो जिहा ये तो उंज वैसे गुरमत अनुसार तो कोई नहीं भी घ्यो जिवें पांदे आ, चलो भी संस्कार होता। मैनूं याद है कि पिछे जाए है तो बड़ी हास्य वाली गल जी, वो कोई सज्जन चढ़ाई कर गया तो चलो न्याणे बजुर्ग सी, वो जो घ्यो पान लगे एक विचों बोल पिया, वेखो ध्यान नाल पायो बापू नूं अगे ब्लड प्रैशर बड़ा रहिंदा जी। उन्होंने पता नहीं मिट्टी का पुतला बन चुका है। चेतना है, जे चेतना है तो काम चल रहा है। हुण गुरु ग्रंथ साहिब जी ने पूछिए महाराज किवें जागीए? क्योंकि जागन दे बड़े गुरु साहिब ने बचन कहे, इतों तक क्या जागो जागो सूत्यो चलिया वणजारा। वो जागो है चुर तुर चलिया जे, उठो। हजूर नूं पूछिए जी किवें जागीए? 3 बचन ने भगत कबीर साहिब दे इकट्ठे ने। उंज याद रखियो, गुरु कृपा करे तो बंदा जागदा, अपनी अकल नाल नहीं जागया जाता। ते गुणी संसार भ्रम सुता, सुत्या रहन विहानी, गुर कृपा ते से जन जागे, जिन्ना हर मन वसिया बोले अमृत बाणी। आ जागदे ने जिन्हां दे अंदर गुरु की कृपा हो जाए। उंज अपने आप मैं कहां जी मैं मन नूं जगा लिया, मैं चलाकी वरतांगा। जागण विच ते चलाकी च जमीन समान का फर्क है।
हुण इत्थे महाराज जी कहें गुर किरपा ते से जन जागे जिन्ना हर मन वसिया बोले अमृत बाणी। किवें जगाइए? सियाणे कहंदे आ बाणी मुताबक अपनी जिंदगी दियां बीतियां घटनावां ते नज़रशानी करके भी मन जाग पैंदा है। नज़रशानी समझ गया ना? पंछी झात जो ये मैं ना तुहानूं दस सकना, तुसीं मैनूं नहीं दस सके। हर बंदे दे कोल अपनी मानसिक डायरी पई हुई है। जिन्नी देर तक अजे वो होशो वास है ना, हर बंदे कोल जन्म तो लैके जिदन होश संभाली ते अज तक हर बंदे कोल अपने कर्मां दी सूची है। उन्हां कर्मां दी सूची नूं एक बारी चेते नज़र मार लई ते अगली गल चेते रखियो, मना मर के इस तन ने भी साथ नहीं देना। हुण किन्ने कु दिन तू सुता रहेगा। गुरु ग्रंथ साहिब जगान लई नाशवानता दा बड़ा सहारा लिया। महाराज दा एक बचन हुंदा, कबीर सूता क्या करें, जाग होए जाग लिहो रे मना जाग लिहो। कबीर सूता क्या करें, जाग रोए भय दुख। तिन्ने श्लोक कट्ठे आ। जाग अपने तन नूं जगा। रोए दा अर्थ है तू रो कदी। भय, भय दा अर्थ है डर, ते दुख दा अर्थ असीं सारे जानने आ कि एक शरीरक दुख जां साडे अंदर नूं विचलित करन वालियां घटनावां। ओ मना तू जाग होए, जाग के रो किते। तू ओ भय ओ दुख चेते कर। ये नैगेटिव नहीं लिजा रहे, क्योंकि जो कुछ साडे नाल वापरना उहनूं साहिब जी कह रहे ये चेते कर, ये भवजल दुख है, तेरे तो पहला चले गए। ये मन नूं जगान लई है ना। इसे करके बाबा फरीद साहब जी ने जदों अपने बजुर्गों नूं चेते किया, उन्हें यह जरूर कहा, दुध पियाण वाली जन्म देण वाली अम्मी ते मेरी हिफाजत करने वाला अब्बा कित्थे चले गए। फरीद अजे तक भी पत्थर बनया, मन पिघलिया कोई नहीं। मैं तां क्या पिछलियां घटनावां मन नूं जगान लई ने। हजूर सच्चे पातशाह जी का बचन है, फरीदा कित्थे तैंडे मापियां जिन्नी तू जणियो है, जिन्नी तू जणियो है तैं पास्यों वो लद गए। तू अजे ना पतीने होए। तू एदा मतलब तू क्यों नहीं पतीजदा, क्यों नहीं जाग रहा। कबीर साहब कहते कबीर सूता क्या करें, जाग रोए भय दुख। कदी उठ के झाती मार अपनियां बीतियां घटनावां ते। अगली गल, जाका बासा गोर में। गोर दा लफ्ज़ ही अरजान ने कबर। कहते जिन्हां ने कबरां च पए हुंदे उन्हां नूं सुख दी नींद कित्थे हुंदी है। इहदा मतलब ये कि मौत चेते करा के साडे मन नूं जगाण दा यतन कीता। कबीर सूता क्या करें, जाग रोए पै दुख। जां का बासा गोर में सो क्यों सोवें सुख। दूसरा बचन है, कबीर सूता क्या करें, उठ के ना जपे मुरार। की सुता कर रहे हैं, उठ के क्यों नहीं मुरार परमात्मा नूं जपदा। क्यों? एक दिन सोवन होएगो लांबे गोड़ पसार। एक दिन है सीधियां नस्ल नत्तां करके पै जाएगा। सजना चेते रखी, तेनों किसे नहीं हो जगाना। थोड़ा जिहा इस बेनती नूं फिर मैं अर्ज कर लगा आप नूं। वेखो तकरीबन सारिया थावां ते है जी, जदों पुरानी चढ़ाई करदा है ना, मैं इत्थे ते कदी किते फ्यूनल ते गया नहीं। साडे उत्थे जदों लांबू ला दिंदे आ, पिछे हट के कहने सोहिला साहिब दा पाठ कर लईए। शायद इत्थे भी करदे होना ना, कर लई। क्यों? गुरुद्वारे साहिब अलानियां आके पढ़ने। सोहिला साहिब क्यों? असल च की है, उंज सहज पाठ कीतियां, खंड पाठ साहिब कीतियां ये हो जाता है। तो मैं आप नूं बेनती करांगा, रहत मर्यादा सधारण पाठ लिखिया है। सहज पाठ भी माड़ी गल नहीं, पर यह गल याद रखियो, दिनां दे भरम च ना पिया जे कि 7 दिनां बाद ही भोग पैना चाहिए है। हाँ, जे तुसी मिथ्या भी ये साडा कारज है तो जी सदके करो। पर एक मेरी बेनती है प्यारिओ, इत्थे टेक के भाई साहब बाणी पढ़न ते आपां सुणीए। जे इन्ने पढ़नी आउंदी सुणीए तो सही। तो मैं कई बारी कहना इन्ने असीं काम करने जी, साडे बच्चे दा बर्थडे वे, अज फलाना है, पुराने रिश्तेदार सदो। मैं हाथ जोड़ के अर्ज करा, कदी जिंदगी च गुरु ग्रंथ साहिब नूं इस करके आंदा है कि अज सिर्फ परिवार दे जियां ने 7 दिन लगातार, 8 दिन लगातार, 10 दिन लगातार पूरे गुरु ग्रंथ साहिब दा पाठ करना नाल सुनना है।
जिंदगी च घट्टो घट्टी एक बारी तो सुन जाइए। नहीं कर सकते सुन तो जाइए। जे घंटा सवेरे घंटा शामी या दोपहरे भाई साहब पाठ करन तो ये सोच लीए सच्चे पातशाह मैं पढ़ नहीं सकता, मैं घट्टो घट जिउंदे जी एक बारी तेरा पाठ अपने कन्नां नाल सुन के आया वां। साडियां अखां ने, साडे कन्न ने। मैं एक बार अर्ज की सी, श्रीमान भाई साहब भाई गुरमेज सिंह जी कीर्तनीय दरबार साहब दे रिटायर हो गए ना, आपनूं पता होना वो 8 साल, मैं इत्थे सुनाया सी 8 साल की उम्र च उन्हां दे नेत्रां दी जोत चली गई भाई साहब दी। जदों पिछले दिनी उन्होंने गुरु ग्रंथ साहब का ब्रेल लिपि विच आप लिखिया, उन्होंने पूरा गुरु ग्रंथ साहब अखां अखरां की पहचान नहीं, साडी तरह थोड़ा पहचान है। वो तो अपनी स्किन नाल अपनी त्वचा नाल टो टो के ब्रेल लिपि आप समझते हो। प्यारिओ सच्ची मुझ जिद्दां रिलीज किया भाई साहब कई बार कहंदे तुसीं क्यों जिक्र करते हो, मैं उन्होंने बहुत प्यार करना, क्योंकि जदों आसा की वार का कीर्तन करते सन, जदों उन्हां दी ड्यूटी होंदी सी एक शब्द नवा जबानी चेते करके पढ़ते सन। जदों उन्हां दा आउणा, हुण नहीं जाते हो बिरध हो गए, तो उन्हां कोल बैठिया गल चली। जिस दिन उन्हां स्वरूप का ये उद्घाटन कह लो या सतगुरु जी अरदास की मंजी साहब, तो मैनू ना कहा भी तुसी आउणा कथा करनी, चलो कथा की, पर मेरे मन च उदों आया, मैं क्या मना होए इत्थे लोकां दियां अखां भी ने, चल फिर भी सकते आ, पता नहीं किन्ना को कूड़ा कचरा ये विच सट्टी बैठे आ, पर सारी जिंदगी च एक बारी गुरु ग्रंथ साहब के नेत्रां नाल भी दर्शन नहीं कीते। मैं कहना दे नेत्र नहीं, नेत्र ना होण दे ना बीना ने, हो असीं कहांगे सूरमे ने, ना बीना चलो शब्द फारसी का जिन्हों दिसदा नहीं दिसदा, पर पूरा गुरु ग्रंथ साहब केवल पाठ नहीं, जिन्होंने नहीं दिसदा 13 पोथियां च उन्होंने पूरा गुरु ग्रंथ साहब लिख दिता, ते आप वो सहज पाठ करते हैं। मैं आपनों अर्ज करांगा किन्ने क दिन की मौज है जी, इन्हें जाना नहीं, कल परसों मैं कहने अखीर ते डब्बे च पैना ते फ्रीजर च लगे रहना। मैं डरा नहीं रहा, मेरी इच्छा गुरु तेग बहादुर कहता जाग होए। हुण जदों असीं सोहिला साहिब का पाठ करने हाँ, उत्थे मर्यादा च मैं कल परसों क्या इत्थे लिखिया रात नूं सौण लग्या करो, एक असीं पैन लग्या खुद पाठ करने हाँ, ते जदों मौत हुंदी उदों संगत पाठ कर दीए। मौत एक नींद एक छोटी मौत है, मौत एक वड्डी नींद है। अज तू पाठ कर नूं संगत ने तेरा पाठ करना है। ये भी एक जागन का तरीका है। कबीर सूता क्या करें, उठ के ना जपे मुरार, एक दिन सोवन होए गो लांबे गोड पसार। जी की करिए हुण तीजा बचन क्या, कबीर सूता क्या करें, बैठा रहो और जाग। हुण जागदे ते सारे ने, तुसीं देखो कई बारी कई सज्जन है वक्त ना सवेरे सवेरे जागे हुंदे आ। वैसे नींद पूरी होनी बड़ी चंगी गल है, मेरी कोई नहीं हुंदी नींद पूरी, क्योंकि थां बदलने असीं। भाई तरसेम सिंह नूं पता भी प्रचारक वास्ते बड़ी दिक्कत हुंदी है, थां किते भी बदलो। हुण बदल के तुसीं घर भी चले जाओ, उत्थे भी अंदर नहीं छेती तुहाडा बनदा। पर मैं बेनती करांगा कि जागण का मतलब है थोड़ा जिवें भी अमृत वेले जाग पो। गुरमुखो अमृत वेला केड़ा है? उंज वैसे अमृत वेला शब्द गुरु नानक साहब तो पहला किसी ने नहीं वरतिया। झलागे है सी, प्रभाती सी, पिछल पैर सी, पर सब तो पहला अमृत वेले शब्द की वरतों धन गुरु नानक साहब ने की है। किसी साहित्य में यह शब्द नहीं जी पूर्व दे। उंज दरबार साहब सानू दसदा मर्यादा भी अमृत वेला की। लो लगन तो 3 घंटे पहला, मैं लो लगन कह रहा हुण, पर ठीक है कई गुरमुख कहते 12 बजे तो बाद ही अमृत वेला। लो लगन तो यही कारण के दरबार साहब अंदर गर्मी ते सर्दी की मर्यादा एक टाइम ते नहीं रहन देंदे, टाइम चेंज हो ही जाता है। ये नहीं कि जे गर्मी च 4:30 बजे होया तो सर्दी च भी 4:30 ना 5 5:30 तक जाता। फिर इसका मतलब है, मैं फिर बेनती करा गुरमुखो, उंज निजी कोई सारी रात बंदगी करे,
पर जागना किहड़ा है? केवल फिजिकल जाग पैना, अखबार पढ़ी जानी, इस तरह ही ना, किते होर न्यूज़ सुनी जानी। हुण तां जेब 'च ही सब कुछ, जाग पैना वो सब कुछ देखी चाखी जाना, गल्लां बातां। गुरु साहब कहंदे ने जागन दा मतलब केवल शरीर दा जागना नहीं, जागना जागन नीका हर कीर्तन में जागना। परमात्मा दी कीर्ति, परमेश्वर दी कीर्ति विच तू जाग। इत्थे सतगुरु ने सानू समझाया कि भाई सज्जनों अपने मन नू जगाओ। जगाउण वास्ते सानू पिछोकड़ याद करना पैना है। इसे कारण करके इस तन की नाशवानता नू मन नाल जोड़िया। हजूर ने शब्द वरते अज कि जाग लेहो रे मना जाग लेहो। ओ मना जाग होए, कहाँ गाफिल सोया, तू क्यों गाफलताई दी नींद सुता है। जो तन उपजिया संग ही, सुनियो, जेड़ा तन नाल उपजिया पैदाइश हुई जिदी, सो भी संग न होगा। ये आया जरूर है पर इन्हें वापस जाना कोई नहीं साडे नाल। आया है, आया तां जे जियो सी। फिर सुनो, जियो टकिया, जियो विचों पिंड निकलिया जी। कमाल दी गल, जियो ने पिंड नू पैदा किया, पिंड इन्ना बेईमान निकलिया, जियो दे नाल ही नहीं गया। इनू फिर दोबारा बेनती नू सुनियो, जियो पाए पिंड जिन साजिया, दिता पहनन खान। जियो पाए पिंड साजिया, फिर पिंड दा अर्थ बॉडी। पहला जियो पैदा किया, जियो दे विचों पिंड निकलिया। ते गुरमुखो जिदन जियो ने न्याणा है उस दिन पिंड ने कोई नहीं जाना। पिंड नू बाद असीं सां भी बैठे हैं, पिंड ने शरीर ने नहीं जाना। इसे करके गुरबाणी ने शब्द वरत्या कि शरीर आया जरूर है पर नाल जियो दे नहीं जाएगा। ये शरीरा मेरिया हर तुम में जोत रखी, ता तू जग में आया। ता तू आया जदों जोत रखी, तो जिदन जोत निकली उस दिन नाल जाएगा। गुरु तेग बहादुर एक नुकता दे रहा सानू, ये समझा रहा जे कोई पूछे जी जाग लियो रे मना जाग लियो दे अर्थ की, अगली तुक विच अर्थ ने कि जेड़ा तन तेरे नाल है, जेड़ा तेनू भरमाई बैठा है, इस तन ने भी तेरे नाल नहीं जाना, इसने वापस नहीं तुरना। जो तन उपजा संग ही सो भी संग ना होया, इसने बिल्कुल नहीं जाना, ये इत्थे रहना। हाँ, एक बार मर्ज की गुरु ग्रंथ साहिब विच ना कई थावां ते, एक तो समाधि है जी जिथे ये आत्मा ते शरीर आपस च गल्लां करदे आ। मारू राग च सब नूं पता है। वो मैं एक बार अर्ज की भी ਇਹਦਾ दिल थोड़ा करदा भी मैनूं छड्ड के जाए। दिल कोई नहीं करदा पर जांदा कोई नहीं नाल। उत्थे गुरु साहब ने गुरुदेव ने काया नूं एज ए फीमेल ते आत्मा नूं मेल, काया नूं इस्त्री ते आत्मा नूं पति दे रूप च किया। ते काया कह रही है हे आत्मा तू मेरे नाल वादा कर, मैनू छड्ड के नहीं जाएगा, क्योंकि तेरे तो बिना मैनू मेरी कोई वैल्यू नहीं। तू है तो है, मैं क्या चेतना है तो जे वो आत्मा हस पिया। ये बाणी दे बचन ने, कहानी नहीं कोई। उन्हें कहा तू मेरे नाल रहो, तेरे तो बिना मेरी कोई कीमत नहीं, मैनू किसे नहीं पूछना। ते उन्हें हस के कहा भी याद रखी मैं तेनू सच दसां काया, मैं किसे दा बद्दा आया, तू मेरे नाल आई है, मेरे नाल तू आई। पर एक गल चेते रखी, तेरे च मैं 80 साल रहा, तेरा मेरा संबंध 100 साल रहे, 2 साल रहे, 3 साल रहे, मैं तेनू दस के नहीं जाना कि दिन में जाना है, ये नहीं मैं तेन दसना। जो तन उपजा संग ही, उन्हें कहा जे दस के नहीं जाना तो अगली गल क्यों? वो कहता मैं ना किसे अपनी मर्जी नाल आया, ना अपनी मर्जी नाल जाना है। हुक्म आया ते आ गया, जिदन सदा आ गया तेन छड्ड के तुर जाना। ये बचन कहे धन कहे सो वस मैं नाले। धन का अर्थ है इस्त्री, इस्त्री मीनज काया, क्योंकि गुरबाणी विच बड़े शब्द ऐसे ने जी ਜਿਹੜੇ सतगुरां ने बिंब वरते आ, रूपक वरते आ, अलंकार रूप वरते आ, उदाहरणा दित्तियां। इत्थे धन दा अर्थ काया रूपी इस्त्री कह रही है आत्मापति तू मेरे नाल रहो। धन कह तू वस मैं नाले, प्रै सुखवासी बाल गोपाले, बाल गोपाले वो मेरे बचपन के साथी आ, मैनू छड्ड के ना जाई। महाराज कहंदे नहीं, प्रै सुखवासी बाल गोपाले। महाराज कहंदे नहीं, फिर कहा हो हुक्मी बंदा। आत्मा क्योंकि परमात्मा दी अंश है,
ये तो खाक है ना, खाक विच नूर पाया है, नूर नूरी दे नाल जुड़िया है, उन्होंने पता है कुछ होना है। आत्मा बोल के कह रहा है समझाने वास्ते जी, ये आत्मा बोल के कह रहा है धन कह तू वस मैं नाले प्रै सुखवासी बाल गोपाले तुझे बिना हो कित की ना लेखे वचन दे छोड़ ना जा साखे। फिर कहा हो हुक्मी बंदा, ओ मैं हुक्म दा बंदा आया, ओ भारो ठाकुर जिस कान ना छंदा, जिचर रख है तिचर तुम संग रहना, जा सदे ता ऊट सिधा साहे। जिदन सद्या में जाना है, जो प्र बचन कहे धन साचे, धन कछु ना समझे, चंचल काचे। कहते चंचल काया कच्ची काया समझदी कुछ नहीं, वो बात जाने कर हासा है, आई गई कर दी कोई नहीं, एवं आत्मा कहता कुछ नहीं होना। महाराज कहते आई आग्या पिरों बुलाया, आई जदों हुक्म आ गया, पिरों दा अर्थ है आत्मा नूं, जीव आत्मा नूं बुलाया, ना धन पूछी ना मता पकाया। इस काया नूं बॉडी नूं पूछी किसे ने पूछा, ना धन पूछी ना मता पकाया, ऊट सुधायो छूटर माटी देख नानक मिथन मुहासा है। वो चला गया पिछे मिट्टी दी ढेरी रह गई। मैं आपनूं फिर बेनती करांगा, मन नूं जगाण दा तरीका है शब्द, गुरु जगा सकदा प्यारिओ, बाकी सारा जगत सुत्ता है, सिर्फ गुरु ही जागदा है। महाराज सच्चे पातशाह कह रहे हैं कि गुरु जगांदा है इस सुत्ते मन नूं। हजूर ने कहा जो तन उपजया संग ही सो भी संग ना होया, वो भी तेरे नाल नहीं गया। हुण अगले बचन ने राहो दियां तुकां सन, अगे की जी मात पिता सुत बंद जन। ध्यान दिया जे गुरमुखों, मैं मिनट तुहाडे 10-12 ही लाँगा, क्योंकि मैं कल थोड़ा जिहा महसूस किया सी भी वो संगत फिर वारी वारी उठ पैंदी सेवा लई। प्लीज़ मेरी बेनती सुनियो, कथा पहला जरूर सुन लिया जे। हुण देखो मात दा अर्थ माता, पिता दा अर्थ असीं जाननी है, अब्बा कहो पिता कहो शब्द बदलीए। सुत दा अर्थ है पुत्र, बंद दा अर्थ है रिश्तेदार, जन दा अर्थ करांगे नज़दीकी। मात पिता सुत बंद जन, ये सारे हित जांसो कीना, जिन्हां नाल मलां तू हित कीता, जिन्हां नाल तू प्यार कीता। महाराज कहंदे ने जियो छूटियो जब देह ते, जियो दा अर्थ है जिंद, जिन्हों मैं अगे क्या आत्मा कह लो। छूटियो दा अर्थ है छुट गया, वख हो गया, किदे तो देह ते। जिस वक्त आ देह दे विचों जिंद वख हो गई, जियो निकल गया, जियो छूटियो दब देह ते की कीता, डार अगन में दीना। डार दर ते सट दिता, अगन दर ते अग चिखा चिनी पई सी, डार अगन में दीना। ओ मना अजे भी जाग के काया, जिन्हां नाल तू मुहब्बत कर रहे हैं, ये मित्र ये पुत्र ये रिश्तेदार, सच ए वे जिदन एदे विचों निकल गई आत्मा, चुक के तेनू अग दे विच सटना है। ये जगाण वास्ते है। उंज सतगुरु कृपा करे ना जी। मैं एक बारी अर्ज की, हजूर बगदाद गए, धन गुरु नानक साहब जी, ये भाई साहब ने जिक्र भी किया। फिर बाबा गया बगदाद नूं। बगदाद इराक की कैपिटल है ना, तो इस्लामिक इनसैक्लोपीडिया ऑफ इस्लाम ਉਹਦੇ मुताबिक बगदाद का लफ्जी अर्थ है रब का दिता होया तोहफा। जे इस्लामिक जिहड़ा है इनसैक्लोपीडिया ਉਹਦੇ ਵਿੱਚ बगदाद की इंट्री पढ़ांगे, ਉਹਦਾ अर्थ है रब का दिता होया तोहफा। उत्थे हजूर गए, भाई साहब ने एक जगह ते जिक्र भी किया पूरा उस पौड़ी का। फिर बाबा गया बगदाद नूं, उत्थे डॉक्टर बलबीर सिंह लिखते आ, मैं जेड़े जे डॉक्टर शब्द भी वरतना तो चेते रखियो, मैं उन्हां दा जिक्र ही करना जेड़े भावना नाल गुरु नूं प्यार करते हैं। वो कहते हैं हजूर जदों गए, उस तो काफ़ी समा पहला बगदाद की धरती ते एक फकीर होया। असल च ओदा नाम सी अबू नसर। अबू नसर ओदा नाम सी, ते उस जेड़े शहर का रहन वाला सी, उस शहर का नाम सी फराब। थोड़ा जिहा सुनियो मेरी बेनती नूं। फराब ते जिवें आपां शहरां नाल नाम नहीं जुड़ जाते, गुरदासपुरी लुधियानवी इस तरह जिवें आपां कहने ਉਹਦੇ ਨਾਂ ਦੇ ਨਾਲ अबू नसर घट जानते सन ते फराबी ज़्यादा कहते सन। फरेबी नहीं फराबी, फराब शहर ਉਹਦਾ।
ਹਕੀਮ ਫਰਾਬੀ, ਉਹ ਬੰਦਾ ਜੀ ਬਹੁਤ ਗੁਣਾਂ ਦੀ ਗੁਠਲੀ ਸੀ। ਉਹ ਦਾਰਸ਼ਨਿਕ ਸੀ, ਉਹ ਕਵੀ ਸੀ, ਉਹ ਰਾਈਟਰ ਸੀ, ਤੇ ਸਭ ਤੋਂ ਵੱਡਾ ਦਾ ਗੁਣ ਸੀ ਜਿਹੜਾ ਵਜ਼ੀਫਾ ਉਹਨੂੰ ਮਿਲਦਾ ਸੀ ਸਿਰਫ ਆਪਣੇ ਮਹੀਨੇ ਦੇ ਤਨ ਮਾਤਰ ਲੈ ਕੇ ਬਾਕੀ ਸਭ ਲੋੜਵੰਦਾਂ 'ਚ ਵੰਡ ਦਿੰਦਾ ਸੀ। ਗਾਉਂਦਾ ਬੜੇ ਕਮਾਲ ਦਾ ਸੀ। ਗਾਉਣ ਵਿੱਚ ਉਹਦੀ, ਜਦੋਂ ਸਾਜ਼ ਵਜਾਉਂਦਾ ਸੀ ਗਾਉਂਦਾ ਸੀ, ਪਰ ਅਮੀਰ ਬੰਦਿਆਂ ਤੋਂ ਬੜਾ ਭੱਜਦਾ ਸੀ। ਇਲਮ ਦੋਸਤ ਸੀ, ਇਲਮ ਨੂੰ ਪਿਆਰ ਕਰਦਾ ਸੀ, ਪਰ ਅਮੀਰ ਇੱਕ ਬੰਦੇ ਨੇ ਬੜਾ ਖਹਿੜੇ ਪੈ ਗਿਆ। ਮੈਂ ਗੱਲ ਫਿਰ ਕਰ ਰਿਹਾ ਜਗਾਨ ਦੀ। ਉਹਨੇ ਬੜੀ ਅਪਰੋਚ ਕੀਤੀ, ਤੁਸੀਂ ਮੇਰੇ ਘਰ 'ਚ ਆ। ਉਹਨੇ ਕਿਹਾ ਨਾ, ਮਸਤ ਮੌਲਾ ਸੀ। ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਬੜੀ ਵੱਡੀ ਪਾਰਟੀ ਹੋ ਰਹੀ ਸੀ, ਕਹਿ ਲਓ ਬੋ ਹਜੂਮ ਬੜਾ ਇਕੱਠਾ। ਉਹ ਰੱਬ ਦੀ ਐਸੀ ਕਰਨੀ, ਉਹ ਹਕੀਮ ਫਰਾਬੀ ਅਬੂ ਨਸਰ ਉੱਥੋਂ ਲੰਘ ਗਿਆ। ਉਹਨੇ ਵੇਖਿਆ ਵੀ ਰੌਲਾ ਰੱਪਾ ਬੜਾ ਪਿਆ ਹੈ, ਮਸਤ ਸੀ, ਬੂਹਾ ਖੁੱਲਾ ਸੀ, ਅੰਦਰ ਚਲਾ ਗਿਆ। ਹੁਣ ਉਹਦੇ ਜਿਹੜੇ ਕੱਪੜੇ ਸਨ ਜੀ, ਉਹ ਇੱਥੋਂ ਵੀ ਮੋਢਿਆਂ ਤੋਂ ਵੀ ਪਾਟੇ, ਆ ਗੋਡਿਆਂ ਤੋਂ ਵੀ ਪਾਟੇ, ਚੋਲਾ ਜਾਂ ਟਾਕੀਆਂ ਲਾਈਆਂ। ਹੁਣ ਏਡੇ ਅਮੀਰ ਬੰਦੇ ਜਿਹੜੇ ਕੱਪੜੇ ਟੌਪ ਦੇ ਪਾਏ, ਹੁਣ ਸੱਚੀ ਲਓ, ਲੋਕੀ ਕੱਪੜੇ ਲੋਕਾਂ ਲਈ ਪਾਉਂਦੇ ਜੇ, ਘਰ ਲਈ ਨਹੀਂ ਜੇ ਪਾਉਂਦੇ। ਆ ਲੋਕਡਾਊਨ 'ਚ ਲੋਕਾਂ ਲਈ ਕਿਸੇ ਨਹੀਂ ਕੱਪੜੇ ਪਾਏ, ਸਭ ਧਰੇ ਧਰੇ ਰਹਿ ਗਏ ਨਾ ਘਰ। ਇਹਦਾ ਮਤਲਬ ਆਪਣੇ ਲਈ ਪਾਉਂਦੇ, ਦੁਨੀਆ ਲਈ ਪਾਉਂਦੇ ਆਪਾਂ। ਚਲੋ ਮੈਂ ਇਹ ਲੁਧਿਆਣੇ ਬੋਲਿਆ ਤੇ ਸਾਡੇ ਉਹ ਸੱਜਣ ਕੱਪੜੇ ਦਾ ਕੰਮ ਕਹਿੰਦੇ ਬਾਬਾ ਜੀ ਖੈਰ ਕਰੋ। ਚਲੋ ਮੇਰੇ ਨਾਲ ਪਿਆਰ ਹੈ, ਕਹਿੰਦੇ ਸਾਡਾ ਬਿਜ਼ਨਸ ਨਾ ਖਰਾਬ ਕਰੋ। ਉਹਦੇ ਸਾਦਾ ਜਿਹਾ ਕੱਪੜਾ ਸੀ। ਅੱਜ ਵੀ ਚੇਤੇ ਰੱਖੋ, ਕੱਪੜਿਆਂ ਪਿੱਛੇ ਲੋਕ ਭੱਜਦੇ ਆ, ਜੀਵਨ ਪਿੱਛੇ ਕੋਈ ਟਾਮਾ ਜਾਂਦਾ ਹੈ। ਲਾਟਕ ਚਾਟਕ ਬੰਦਾ ਭੱਜਦਾ ਵੀ ਕਮਾਲ ਜੀ, ਪੁੱਛੋ ਕੋਈ ਨਾ। ਉਹ ਅੰਦਰ ਚਲਾ ਗਿਆ। ਤੇ ਇਹ ਕੋਈ ਜ਼ਰੂਰੀ ਨਹੀਂ ਕਿ ਰੂਹਾਨੀਅਤ ਵਾਲੇ ਦੇ ਕੱਪੜੇ ਬਹੁਤ ਲਿਸ਼ਕਦੇ ਹੋਣ। ਉਹ ਪਾਟਿਆਂ 'ਚ ਵੀ ਹੋ ਸਕਦਾ, ਜੇ ਆਪਣੀ ਮੌਜ ਵਿੱਚ ਆਵੇ ਤੇ ਬੰਦਗੀ ਵਾਲਾ ਰਾਜਾ ਜੋਗੀ ਵੀ ਬਣਦਾ ਹੈ। ਜਿਸ ਨੂੰ ਬਖਸ਼ੇ ਸਿਬਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਦੇ ਨਾਲ ਵੀ ਲਗਾ ਕੋਈ ਨਹੀਂ। ਉਹ ਜਦੋਂ ਗਿਆ ਤੇ ਸਾਰੇ ਵੇਖ ਕੇ ਹੱਸ ਪਏ ਜੀ ਉਹਨੂੰ। ਉਹਦਾ ਜੇ ਮਜ਼ਾਕ ਜਿਹਾ ਉਡਾਣ ਲੱਗ ਪਿਆ, ਭਿਖਾਰੀ ਆ ਗਿਆ। ਉਹਨੇ ਫਿਰ ਆਪਣੀ ਬਗਲ 'ਚੋਂ ਸਾਜ਼ ਕੱਢਿਆ। ਉਹਨੇ ਸਾਜ਼ ਕੱਢ ਕੇ ਜੀ ਗਾਇਆ। ਉਹਨੇ ਇੰਨੇ ਕਮਾਲ ਦਾ ਗਾਇਆ, ਪੂਰੀ ਦੀ ਪੂਰੀ ਮਹਿਫਲ ਜਿਹੜੀ ਟੀਚਰਾਂ ਕਰ ਰਹੀ ਸੀ, ਮਜ਼ਾਕ ਉਡਾ ਰਹੀ ਸੀ, ਸਾਰੇ ਉੱਚੀ ਉੱਚੀ ਖਿੜਖੜਾ ਕੇ ਹੱਸਣ ਲੱਗ ਪਏ। ਸਾਰੇ ਹੱਸੀ ਜਾਣ ਉਹਦੇ ਗਾਉਣ ਦੀ। ਕੱਲ੍ਹ ਵੀ ਮੈਂ ਕਿਹਾ ਸ਼ਬਦ ਦੀ ਤਸੀਰ ਬੜੇ ਕਮਾਲ ਦੀ ਹੁੰਦੀ। ਜਦੋਂ ਸਾਰੇ ਹੱਸ ਪਏ, ਉਹਨੇ ਸੁਰ ਬਦਲੀ, ਪਰਦਾ ਬਦਲਿਆ। ਕੀਰਤੀ ਨੂੰ ਪਤਾ ਹੈ, ਸੁਰਾਂ ਬਦਲੀਆਂ, ਰਾਗ ਬਦਲਿਆ। ਜਦੋਂ ਦੂਜੀ ਵਾਰੀ ਗਾਇਆ, ਸਾਰੇ ਭੁੱਬਾ ਮਾਰ ਕੇ ਰੋਣ ਲੱਗ ਪਏ। ਉਹਦੀ ਤਸੀਰ ਸੀ। ਇਹ ਬਕਾਇਦਾ ਗ੍ਰੰਥ 'ਚ ਲਿਖਿਆ ਹੋਇਆ ਹੈ। ਸਾਰੇ ਰੋਣ ਲੱਗ ਪਏ। ਜਦੋਂ ਰੋਣ ਲੱਗ ਪਏ, ਉਹਨੇ ਫਿਰ ਕੋਈ ਸਮਾਂ ਰੋਣ ਤੋਂ ਬਾਅਦ ਤੀਜਾ ਪਰਦਾ ਬਦਲਿਆ। ਜਿੰਨੇ ਰੋਂਦੇ ਪਏ ਸਨ, ਸਾਰੀ ਗੂੜੀ ਨੀਂਦ ਸੌਂ ਗਏ। ਪਹਿਲਾਂ ਹਸਾਏ, ਫਿਰ ਰਵਾਏ, ਫਿਰ ਸੌਂ ਦਿੱਤੇ। ਜਦੋਂ ਸੌਂ ਗਏ, ਵੈਸੇ ਇਹ ਲਫ਼ਜ਼ ਅਰਬੀ ਵਿੱਚ ਨੇ, ਇਹਦਾ ਉਰਦੂ ਵਿੱਚ ਲਿਖਿਆ ਹੈ ਕਿ ਉਹਨੇ ਜਾਣ ਲੱਗਿਆਂ ਇੱਕ ਕਾਗਜ਼ ਦੇ ਟੁਕੜੇ ਉੱਤੇ ਲਿਖ ਦਿੱਤਾ, ਆਪ ਨੇ हकीम फराबी से मिलना था, तुमने उसका मजाक उड़ाया, हकीम तुमको हंसा के रुला के और सुला के जा रहा है। क्योंकि वो मिलना चाहता सी घर दा मालिक। वो कहता आपने हकीम फराबी से मिलना था, वो आया, तुमको हंसा के रुला के और सुला के जा रहा है। डॉक्टर बलबीर सिंह कहते आ हकीम फराबी सियाणा सी, विद्वान सी, ਕਹਿੰਦਾ ਪਰ ਉਹਦੇ ਸਾਜ਼ ਦੇ ਸਿਰਫ 3 ਪਰਦੇ ਨੇ। ਉਹ ਕਿਸੇ ਵੀ ਮਹਿਫਲ ਨੂੰ ਹਸਾ ਸਕਦਾ ਹੈ, ਰਵਾ ਸਕਦਾ ਹੈ ਤੇ ਸੁਆ ਸਕਦਾ ਹੈ। ਗੁਰੂ ਨਾਨਕ ਦੇ ਸ਼ਬਦ ਤੇ ਰਬਾਬ ਵਿੱਚ ਚੌਥਾ ਪਰਦਾ ਹੈ, ਜਿਹੜਾ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦਾ ਹੈ। ਇਹ ਉਹਦੇ ਕੋਲ ਤਾਕਤ, ਜਿਹੜਾ ਸੁੱਤਿਆਂ ਨੂੰ ਜਗਾਉਂਦਾ ਹੈ। ਇਸ ਮਨ ਨੇ ਆਪਣੇ ਆਪ ਨਹੀਂ ਜਾਗਣਾ। ਇਹ ਸਤਿਗੁਰੂ ਕਿਰਪਾ ਕਰੇ ਤੇ ਜਾਗੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਰਿਹਾ ਕਿ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂਸਿਓ ਕੀਨਾ, ਜਿਉ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੇਨਾ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਟਾਟੀ ਦਾ ਛਪੜੀ ਹੁੰਦਾ ਹੈ ਨਾ, ਆਪਣੀ ਝੌਂਪੜੀ। ਉਂਝ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇਹ ਲਫ਼ਜ਼ ਇਹ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ। ਅਸੀਂ ਮਲ ਲਈ ਵਰਤਨੇ ਆ ਟਾਟੀ ਸ਼ਬਦ। ਅਸਲ 'ਚ ਟਾਟੀ ਸ਼ਬਦ ਮਲ ਲਈ ਨਹੀਂ ਸੀ। ਟਾਟੀ ਦਾ ਲਫ਼ਜ਼ੀ ਅਰਥ ਹੁੰਦਾ ਜਿਹਦਾ ਅਸੀਂ ਓਟ ਆਸਰਾ ਲਿਆ ਹੁੰਦਾ।
ਜਿਹਦਾ ਓਲਾ ਕੀਤਾ ਹੁੰਦਾ, ਇਹਨੂੰ ਟਾਟੀ ਕਹਿੰਦੇ। ਫਿਰ ਅਸਲ 'ਚ ਇਹਦੇ ਲਫ਼ਜ਼ੀ ਅਰਥ ਛਪਰੀ ਨੇ, ਕਿਉਂਕਿ ਜਦੋਂ ਕੋਈ ਬੰਦਾ ਕਿਰਿਆ ਸੋਚਦਾ ਸੀ ਤੇ ਕੰਧ ਕਾਨਿਆਂ ਦਾ ਓਲਾ ਬਣਾ ਕੇ ਉੱਥੋਂ ਲਫ਼ਜ਼ ਮੇਰੇ ਬਦਲ ਗਿਆ। ਇਹ ਲਫ਼ਜ਼ ਦਾ ਵੈਸੇ ਅਰਥ ਹੈ ਕੱਖਾਂ ਦੀ ਬਣੀ ਹੋਈ ਝੌਂਪੜੀ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ, ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾੜ ਸਵੇਰਾ। ਜਿੰਨੇ ਘਰ ਦੇ ਰਿਸ਼ਤੇਦਾਰ ਹੈ ਸਾਰਿਆਂ ਕਿਆ ਵਕਤ ਨਾ ਕੱਢੋ, ਘਰਾਂ ਨੂੰ ਜਾਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਿਕਲਿਆ ਜੀਓ ਇੱਥੋਂ ਤੱਕ ਗੁਰਮੁਖੋ, ਜਿਚਰ ਵਸਿਆ ਕੰਤ ਘਰ, ਜਿਉ ਛੂਟਿਓ ਜਬ ਦੇ ਤੇ। ਜਿੰਨੀ ਦੇਰ ਤੱਕ ਕੰਤ ਹੈ ਜੀਓ ਹੈ, ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਕਿਸੇ ਨੇ ਪੁੱਛਣਾ, ਜਿਉ ਛੂਟਿਓ ਕੋਈ ਨਾ ਪੁੱਛੇ ਤੇਰੀ ਬਾਤ। ਉਹਦੇ ਵਿੱਚ ਇੱਕ ਬਚਨ ਹੈ, ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪਰ ਉਨੀ ਦੇਰ ਤੱਕ ਕਿ ਤਿੱਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਇਹਨੇ ਮਿੱਟੀ 'ਚ ਰਲ ਜਾਣਾ ਹੈ। ਇਸੇ ਕਰਕੇ ਫਰੀਦ ਜੀ ਦਾ ਇੱਕ ਬਚਨ ਹੈ, ਜਦੋਂ ਲੰਘੀ ਦਾ ਨਾ ਇਹ ਚਲੋ ਇਸ ਈਸਾਈਅਤ ਸੁੱਤੇ ਨੇ ਸਾਰੇ ਕਬਰਾਂ ਦੇ ਵਿੱਚ ਪਏ ਆ, ਤੇ ਮੈਨੂੰ ਸੱਚੀ ਲੋ ਵਾਰ-ਵਾਰ ਗੁਰਬਾਣੀ ਦੀਆਂ ਤੁਕਾਂ ਚੇਤੇ ਆਉਂਦੀਆਂ ਨੇ। ਚਲੋ ਫੁਰਨੇ ਨੇ ਨਾ ਜਦੋਂ ਲੰਘੀ ਦਾ, ਤੇ ਫਰੀਦ ਸਾਹਿਬ ਕਹਿੰਦੇ ਆ ਮੈਂ ਲੰਘਿਆ, ਉਹ ਆਪਣੇ ਤੇ ਕਹਿ ਰਿਹਾ। ਤੇ ਬਾਬਾ ਫਰੀਦ ਸਾਹਿਬ ਬਿਲਕੁਲ ਕਬਰ ਦੀ ਗੱਲ ਕਰਦੇ ਆ, ਰੂਹ ਕਬਰ 'ਚ ਰਹਿੰਦੀ ਹੈ, ਮੰਨਦੇ ਹੋ। ਉਹਨਾਂ ਨੇ ਮੈਂ ਪਿਛਲੇ ਦਿਨ ਹੀ ਕਿਹਾ ਸੀ ਜੀ ਗੁਰਮੁਖੋ ਤੁਸੀਂ ਸੂਝਵਾਨ ਬੈਠੇ ਹੋ, ਕਦੀ ਵੀ ਗੁਰਬਾਣੀ ਧੱਕਾ ਨਹੀਂ ਧਰਮ ਦੇ ਮਸਲੇ 'ਚ ਕਿਸੇ ਨਾਲ ਕਰਦੀ। ਅਸੀਂ ਕਹਿੰਦੇ 15 ਭਗਤਾਂ ਦੀ ਬਾਣੀ, 14 ਦੇ ਨਾਮ ਨਾਲ ਭਗਤ ਤੇ 15ਵੇਂ ਦੇ ਨਾਮ ਨਾਲ ਭਗਤ ਨਹੀਂ, 15ਵਾਂ ਸ਼ੇਖ ਹੈ। ਬਾਣੀ ਭਗਤ ਕਬੀਰ ਜੀ ਹੋ ਗਈ ਹੈ, ਬਾਣੀ ਭਗਤ ਰਵਿਦਾਸ ਦੀ, ਪਰ ਸ਼ੇਖ ਫਰੀਦ ਦੇ ਧੱਕੇ ਨਾਲ ਨਹੀਂ ਕਿਹਾ ਇਹਨੂੰ ਚੇਂਜ ਕਰ ਦਿਓ, ਜਿਵੇਂ ਸਾਡੇ ਬੰਦੇ ਅੱਜ ਕੱਲ੍ਹ ਧੱਕਾ ਖਿਮਾ ਕਰਿਓ ਬਹੁਤ ਜ਼ਿਆਦਾ ਕਰਦੇ ਪਏ। ਨਹੀਂ ਗੁਰਮੁਖੋ, ਗੁਰੂ ਦੀ ਵਿਸ਼ਾਲਤਾ ਨੂੰ ਤੁਸੀਂ ਦੇਖੋ। ਬਾਬਾ ਸਾਹਿਬ ਕਹਿੰਦੇ ਆ ਕੋਲੋਂ ਲੰਘਿਆ ਤੇ ਕਬਰ ਵਿੱਚੋਂ, ਅਕਸਰ ਕਬਰਾਂ 'ਚੋਂ ਡਰ ਲੱਗਦਾ ਹੈ ਨਾ ਜੀ, ਸ਼ਮਸ਼ਾਨ ਭੂਮੀ ਤੋਂ ਲੋਕ ਡਰਦੇ ਨੇ। ਹਾਂ, ਉਹਨਾਂ ਨੇ ਇਸਲਾਮੀ ਮਤ ਅਨੁਸਾਰ ਕਬਰ ਦੀ ਗੱਲ ਕੀਤੀ, ਪਰ ਜਦੋਂ ਬਿਰਹਾ ਤੋਂ ਬਹੀਨ ਦੀ ਗੱਲ ਕੀਤੀ, ਉਹਨੂੰ ਕਬਰ ਨਾਲ ਤੁਲਨਾ ਨਹੀਂ ਦਿੱਤੀ, ਉਹਨੂੰ ਸ਼ਮਸ਼ਾਨ ਭੂਮੀ ਨਾਲ ਦਿੱਤੀ। ਇਹ ਵੈਸੇ ਮੇਰਾ ਵਿਸ਼ਾ ਨਹੀਂ, ਪਰ ਮੈਂ ਆਪ ਨੂੰ ਅਰਜ਼ ਕਰ ਦੇਣਾ, ਭਾਈ ਸਾਹਿਬ ਬੈਠੇ ਆਪ ਬਾਣੀ ਪੜ੍ਹਨ ਵਾਲੇ ਕੀਰਤਨੀ ਹੈ, ਕਥਾਵਾਚਕ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਇੱਕ ਵਾਰ ਅਰਥ ਕੀਤੇ ਸਨ ਕਿ ਬਿਰਹਾ ਜਿਹੜਾ ਸੁਲਤਾਨ ਹੈ। ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਨ ਮਸਾਨ। ਉਹਨਾਂ ਇਹ ਨਹੀਂ ਕਿਹਾ ਉਹ ਤਨ ਕਬਰ, ਉਂਝ ਕਹਿ ਰਹੇ ਆ ਗੋਰਾਂ ਸੇ ਨਿਮਾਣੀਆਂ ਬੈਸਾਂ ਬੈਸਾਂ ਰੂਹਾਂ ਮਲ, ਪਰ ਇੱਥੇ ਉਹਨਾਂ ਨੇ ਨਹੀਂ ਕਿਹਾ ਵੀ ਜਿਹੜੇ ਅੰਦਰ ਬਿਰਹਾ ਨਹੀਂ ਉਹ ਇਹ ਕਬਰ, ਕਹਿੰਦੇ ਉਹ ਸ਼ਮਸ਼ਾਨ। ਇਹਦੇ ਵੀ ਕੋਈ ਅਰਥ ਨਹੀਂ। ਸੁਲਤਾਨ ਔਰ ਮਸਾਨ ਕਿਉਂ ਕਿਹਾ? ਇਹ ਨਹੀਂ ਕਿ ਮੈਂ ਦਾਵਾ ਕਰਾਂਗਾ, ਅਰਥ ਮੇਰੇ ਮਨ 'ਚ ਆਇਆ। ਬਿਰਹਾ ਸੱਚੀ ਮੁੱਚੀ ਸੁਲਤਾਨ, ਸੁਲਤਾਨ ਦਾ ਅਰਥ ਹੈ ਬਾਦਸ਼ਾਹ, ਜਿਹਦੇ ਕੋਲ ਸੁੱਖ ਹੈ। ਇਸ ਤਨ ਵਿੱਚ ਕਿੰਨੀਆਂ ਬਿਰਤੀਆਂ ਨੇ, ਕਿੰਨੇ ਇਹਦੇ ਵਿੱਚ ਵਾਸ਼ਨਾਵਾਂ ਨੇ। ਹਰ ਵਾਸ਼ਨਾ ਗੁਲਾਮ ਬਣਾਉਂਦੀ ਹੈ। ਕਾਮ ਹੈ, ਪਰ ਚੇਤੇ ਰੱਖਿਓ ਉਹ ਨਿਮਕ ਸਵਾਦ ਪਛਤਾਵਾ ਹੈ। ਕ੍ਰੋਧ ਹੈ, ਇੱਕ ਕਿਤੇ ਗੋਲੀ ਚੱਲ ਗਈ ਤੇ ਕਿੰਨੇ ਸਾਲ ਕਹਿੰਦਾ ਬਸ ਇੱਕ ਘੜੀ ਦੇ ਕ੍ਰੋਧ ਨੇ ਮਾਰ ਕੇ ਰੱਖ ਦਿੱਤਾ। ਲਾਲਚ 'ਚ ਇੱਕ ਨਿੱਕੀ ਜੀ ਚੋਰੀ ਬਣੇ ਬੰਦੇ ਦੇ ਬਣੇ ਵਿਕਾਰ ਨੂੰ ਮਿੱਟੀ ਕਰ ਦਿੰਦੀ। ਸੁਲਤਾਨ ਥੋੜਾ ਨੇ, ਹੈ ਤੇ એનર્ਜੀ ਨਾ, ਵਿਸ਼ ਹੈ। ਪਰ ਗੁਰਮੁਖੋ ਕਾਮ ਕ੍ਰੋਧ ਲੋਭ ਹੰਕਾਰ ਇਹ ਸਰੀਰ ਵਿੱਚ ਪੈਦਾ ਹੋਵੇ ਤੇ ਸੱਚੀ ਮੁੱਚੀ ਨਮੋਸ਼ੀ ਚੱਲਣੀ ਪੈਂਦੀ ਏ, ਜਿਹਦੇ ਅੰਦਰ ਬਿਰਹਾ ਪੈਦਾ ਹੋ ਜਾਏ। ਕਿਉਂਕਿ ਬਿਰਹਾ ਇਹਨਾਂ ਸਾਰੀਆਂ ਬਿਰਤੀਆਂ ਦਾ ਸੁਲਤਾਨ ਹੈ। ਜਿਹਦੇ ਅੰਦਰ ਬਿਰਹਾ ਪੈਦਾ ਹੋ ਜਾਏ ਉਹਨੂੰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਤਾਂ ਮੈਂ ਸ਼ਬਦ ਵਰਤਿਆ ਸੁਲਤਾਨ। ਦੂਜੀ ਗੱਲ ਮਸਾਨ ਕਿਹਾ ਕਿ ਜਿਤਨ ਬਿਰੋ ਨਾ ਉਪਜੈ ਸੋ ਤਨ ਜਾਨ ਮਸਾਨ, ਕਿਉਂਕਿ ਕਬਰ ਸੜਦੀ ਥੋੜਾ। ਕਬਰ 'ਚ ਮੁਰਦਾ ਰੱਖ ਗਏ, ਫੁੱਲ ਫੁੱਲ ਰੱਖ ਦੇਣਗੇ, ਝਾੜੂ ਲਾ ਜਾਣਗੇ, ਹਨਾ। ਤੇ ਸਾਡੀ ਫਿਲਾਸਫੀ ਬੜੀ ਕਮਾਲ ਦੀ ਜੇ, ਇੱਥੇ ਮਰਿਆਂ ਤੇ ਫੁੱਲ ਰੱਖਦੇ ਨੇ, ਆਪਣੇ ਤੇ ਉਹਦੇ ਫੁੱਲ ਚੁੱਕ ਕੇ ਹੀ ਪਾਣੀ ਸੱਟ ਹੁੰਦੇ ਆ ਵੀ ਕੰਮ ਨਿਬੇੜ।
ਲਗਾ ਨਹੀਂ ਸੀ ਰੱਖਦੇ ਇਸ ਤਰ੍ਹਾਂ, ਮੋਹ 'ਚ ਨਹੀਂ। ਹੁਣ ਚਲੋ ਹੁੰਦਾ ਵੈਸੇ, ਮੈਂ ਕਹਿੰਦਾ ਵੀ ਬਜ਼ੁਰਗਾਂ ਦੀ ਯਾਦ ਜਦੋਂ ਮਹਾਂਪੁਰਖਾਂ ਕਮਾਈ ਵਾਲੇ ਗੱਲ ਵੱਖਰੀ, ਜਦੋਂ ਇੱਕ ਵਾਰੀ ਭੋਗ ਪਾਤਾ ਤੇ ਕੰਮ ਫਤਿਹ। ਜਦੋਂ ਆਪਾਂ ਅੰਤਮ ਅਰਦਾਸ ਕਰ ਹੀ ਦਿੱਤੀ, ਸ਼ਬਦ ਵਰਤਿਆ। ਖੈਰ, ਉਹਨਾਂ ਨੇ ਸ਼ਬਦ ਮਸਾਨ ਕਿਉਂ ਕਿਹਾ? ਇਹਦਾ ਅਰਥ ਕੀ? ਮੈਨੂੰ ਯਾਦ ਹੈ ਇਹ ਅਰਥ ਮੇਰੇ ਬਹੁਤ ਇੱਕ ਨਜ਼ਦੀਕੀ ਸੱਜਣ ਸਨ ਅੰਮ੍ਰਿਤਸਰ, ਮੈਨੂੰ ਦਰਬਾਰ ਸਾਹਿਬ ਕਥਾ ਲਈ ਉਹ ਪ੍ਰੇਰ ਕੇ ਲਗਾਏ। ਉਹਨਾਂ ਦਾ ਨਾ ਪੁੱਤਰ ਨਾ ਧੀ, ਦੋਨੋਂ ਜੀ ਸੱਚੀ ਜੀ। ਉਹਨਾਂ ਨੇ ਜੋ ਕੋਈ ਸੀ ਸਭ ਕੁਝ ਵੇਟ ਵੱਟ ਕੇ ਇੱਕ ਨਿੱਕਾ ਜਿਹਾ ਘਰ ਲਿਆ। ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਉਹ ਮਾਤਾ ਜੀ ਜਿਉਂਦੇ ਨੇ। ਉਹਦੇ ਉੱਤੇ ਲਿਖਿਆ, ਜਿੱਦਣ ਅਸੀਂ ਪੂਰੇ ਹੋ ਗਏ ਘਰ ਗੁਰੂ ਰਾਮਦਾਸ ਦਾ ਹੈ। ਜਿਸ ਪੈਸੇ ਨਾਲ ਮੈਂ ਰੋਟੀ ਖਾ ਰਹੀ ਹਾਂ ਦੋਵੇਂ ਜੀ, ਇਹ ਗੁਰੂ ਰਾਮਦਾਸ ਦੇ ਨੇ। ਕਿਆ ਸਿਦਕ ਜੀ। ਬੱਚਿਆਂ ਨੂੰ ਇਕੱਠੇ ਕਰਕੇ ਕੀਰਤਨ ਸਿਖਾਉਣਾ, ਸੰਥਿਆ ਦੇਣੀ, ਉਹ ਚਲਾਣਾ ਕਰ ਗਏ। ਤੇ ਬੜੀ ਬੰਦਗੀ ਵਾਲੀ ਰੂਹ ਸਨ ਜੀ, ਗ੍ਰਸਤੀ ਸੱਜਣ। ਤੇ ਮੈਂ ਜਦੋਂ ਅਕਤੂਬਰ 'ਚ ਕਥਾ ਕੀਤੀ ਪੁਰਬ ਤੇ ਮੈਨੂੰ ਕਹਿੰਦੇ ਆ ਵੀ ਐਤਕੀ ਨਾ ਜੀ ਇਹ ਆਪਣਾ ਤੁਸੀਂ ਨਾ ਦਸੰਬਰ 'ਚ ਆਓ ਫਿਰ ਦੁਬਾਰਾ। ਮੈਂ ਕਿਹਾ ਬਾਬਾ ਜੀ ਮੈਂ ਜਾਣਾ ਬਾਹਰ ਤੇ ਜੂਨ 'ਚ ਆਵਾਂਗਾ। ਉਹ ਤਾੜੀ ਮਾਰੀ, ਕਹਿਣ ਲੱਗੇ ਤੁਸੀਂ ਜੂਨ 'ਚ ਆਓਗੇ, ਅਸੀਂ ਜੂਨ 'ਚ ਰਹਿਣੀ ਕੋਈ ਨਹੀਂ। ਉਹ ਜਨਵਰੀ ਚੜਾਈ ਕਰ ਗਏ। ਤੇ ਮੈਂ ਬਾਅਦ ਸੋਚਣਾ ਵੀ ਚੰਗੀ ਰੂਹ ਸਨ ਉਹ। ਤੇ ਉਹਨਾਂ ਦੇ ਸੰਸਕਾਰ ਵੇਲੇ ਜਦੋਂ ਉੱਥੇ ਗਏ ਤੇ ਉੱਥੇ ਇਹ ਅਰਥ ਭਾਈ ਸਾਹਿਬ ਮੈਂ ਕਰ ਲਗਾ, ਮੈਨੂੰ ਤੁਸੀਂ ਵਿਦਵਾਨ ਸੱਜਣ ਹੋ, ਮਸਾਨ ਕਿਉਂ, ਕਬਰ ਕਿਉਂ ਨਹੀਂ ਕਿਹਾ? ਸੋ ਤਨ ਜਾਨ ਮਸਾਨ। ਜਦੋਂ ਉੱਥੇ ਅਸੀਂ ਉਹਨਾਂ ਦੀ ਚਿਖਾ ਚੁਣ ਲੱਗੇ, ਉਹਦੇ ਨਾਲ ਇੱਕ ਹੋਰ ਚਿਖਾ ਚੁਣਦੇ ਸਨ। ਤੇ ਉਹ ਜਦੋਂ ਲੱਕੜਾਂ ਜੋੜਨ ਲੱਗੇ ਬਿਲਕੁਲ ਸਾਫ਼ ਸੀ, ਪਰ ਮਿੱਟੀ ਜਿਹੜੀ ਸੀ ਉਹ ਤਪਦੀ ਪਈ ਸੀ, ਕਿਉਂਕਿ 2 ਦਿਨ 3 ਦਿਨ ਪਹਿਲਾਂ ਇੱਕ ਲਾਸ਼ ਹੋਰ ਫੂਕੀ ਗਈ ਸੀ। ਮੇਰੇ ਮਨ 'ਚ ਉਦੋਂ ਆ ਗਿਆ, ਓਏ ਕਬਰ 'ਚ ਅੱਗ ਨਹੀਂ ਬਲਦੀ, ਤਪਦੀ ਧਰਤੀ ਮਸਾਨ ਹੀ ਹੁੰਦੀ ਹੈ। ਸਮਝ ਗਏ ਨਾ? ਜੇ ਅੱਗ ਬਲੇਗੀ ਮਸਾਨ ਤਪੇਗਾ, ਜ਼ਮੀਨ ਤਪੇਗੀ। ਫਰੀਦ ਕਹਿੰਦਾ ਜਿਸ ਦੇ ਅੰਦਰ ਬਿਰਹਾ ਕੋਈ ਨਹੀਂ, ਉਹ ਰੋਜ਼ ਹੀ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਤਪਦਾ ਪਿਆ ਹੈ, ਕਿਉਂਕਿ ਉੱਥੇ ਤਪਸ਼ ਹੈ, ਉੱਥੇ ਠੰਡ ਨਹੀਂ। ਫਿਰ ਬੇਨਤੀ ਹੈ ਕਿ ਆ ਜਗਾਨ ਲਈਏ। ਅਸੀਂ ਕਬਰਾਂ ਕੋਲੋਂ ਲੰਘਨੇ ਆ, ਇੱਥੇ ਉਹ ਵੀ ਸੁੱਤੇ ਨੇ ਜਿਹੜੇ ਕਹਿੰਦੇ ਸਨ ਸਾਡੇ ਤੋਂ ਬਿਨਾਂ ਸਾਡੇ ਘਰ ਦਾ ਕੰਮ ਨਹੀਂ ਚੱਲਦਾ। ਇੱਥੇ ਕਬਰਾਂ ਵਿੱਚ ਉਹ ਵੀ ਸੁੱਤੇ ਆ ਜਿਹੜੇ ਕਹਿੰਦੇ ਸਨ ਸਾਡੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਫਰੀਦ ਨਿਕਲੇ ਆ ਸਮਝਾਉਣ ਲਈ ਜੀ। ਉਹ ਕਹਿੰਦੇ ਪਿੱਛੋਂ ਆਵਾਜ਼ ਆਈ, ਤੇਜ਼ੀ ਨਾਲ ਚੱਲਣ ਵਾਲਿਆ ਕਿੱਥੇ ਜਾ ਰਹੇ ਆ? ਉਹ ਪੁੱਛਦੇ ਨੇ ਤੂੰ ਕੌਣ? ਉਹ ਜਨਾਨਾ ਆਵਾਜ਼ ਸੀ, ਸਮਝਾਉਣ ਲਈ ਹੈ ਜੀ। ਕਹਿਣ ਲੱਗੇ ਤੂੰ ਕਿੱਥੇ ਜਾ ਰਿਹਾ? ਮੇਰੇ ਕੋਲ ਆ ਤਾਂ ਸਹੀ। ਕਹਿਣ ਲੱਗੇ ਮੈਂ ਆਪਣੇ ਘਰ ਚੱਲਾਂ, ਘਰ। ਤੇ ਕਹਿੰਦੇ ਤੂੰ ਕੌਣ? ਕਹਿਣ ਲੱਗੀ ਮੈਂ ਕਬਰ ਹਾਂ ਜਿਹਦੇ ਤੋਂ ਡਰ ਕੇ ਜਾ ਰਿਹਾ। ਕਬਰ, ਕਬਰਸਤਾਨ, ਕਬਰ ਤੂੰ ਕਿਉਂ? ਕਹਿਣ ਲੱਗੀ ਬਸ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹਨੀ ਹਾਂ, ਤੂੰ ਇਹ ਸੁਚੇਤ, ਤੂੰ ਰੂਹਾਨੀ ਬੰਦਾ ਹੈ। ਇਹ ਪਿੰਡ ਵਾਲਿਆਂ ਨੂੰ ਜਾ ਕੇ ਦੱਸਦੀ ਮੇਰੇ ਕੋਲੋਂ ਡਰ ਕੇ ਭੱਜਣ ਵਾਲਿਓ, ਇੱਕ ਦਿਨ ਉਸ ਘਰ ਵਾਲਿਆਂ ਨੇ ਤੁਹਾਨੂੰ ਮੇਰੇ ਕੋਲ ਛੱਡ ਕੇ ਜਾਣਾ ਹੈ ਤੇ ਮੈਂ ਇੱਕ ਵਾਰੀ ਗੋਦ 'ਚ ਲੈ ਗਿਆ, ਮੈਂ ਤੁਹਾਨੂੰ ਘਰੋਂ ਬਾਹਰ ਨਹੀਂ ਕੱਢਣਾ। ਇਹ ਮਨ ਨੂੰ ਜਗਾਉਣ ਲਈ ਸੀ, ਇੱਕ ਦਿਨ ਆਪਾਂ ਇੱਥੇ ਆਉਣਾ। ਬਾਬਾ ਸਾਹਿਬ ਜੀ ਨੇ ਕਿਹਾ ਗੌਰ ਨਿਮਾਣੀ ਸੱਡ ਕਰੇ। ਸੱਡ ਦਾ ਅਰਥ ਹੈ ਆਵਾਜ਼ਾਂ ਆਉਣੀਆਂ, ਕਬਰ ਆਵਾਜ਼ਾਂ ਪਈ ਮਾਰਦੀ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਕਹਿੰਦੇ ਆ ਜਦੋਂ ਕਿਸੇ ਦਾ ਸੰਸਕਾਰ ਹੁੰਦਾ ਏਦੂ ਵੱਡੀ ਹੈਰਾਨਗੀ ਦੀ ਗੱਲ ਕੋਈ ਨਹੀਂ। ਇੱਕ ਵਿਚਾਰਾ ਸੜਦਾ ਪਿਆ, ਦੂਜਾ ਬਾਹਰ ਖਲੋਤਾ ਬਿਜ਼ਨਸ ਦੀਆਂ ਗੱਲਾਂ ਕਰਦਾ ਪਿਆ। ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸ ਹੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਗੌਰ ਨਿਮਾਣੀ ਸੱਡ ਕਰੇ ਨੇ ਘਰਿਆ, ਘਰ ਆਓ ਨ ਘਰਿਆ ਆ ਜਾ ਮੇਰੇ ਕੋਲ। ਸਰ ਪਰ ਮੈਥ ਹੈ ਆਵਣਾ ਮਰਨੋ ਨਾ ਦਰਿਆਓ। ਇਹ ਜਾਗੇ ਹੋਏ ਕਹਿੰਦੇ ਆ ਦਾਸ ਨੇ। ਆਪ ਸਭ ਨੂੰ ਪਤਾ ਹਰ ਸਾਲ ਸਾਹਿਬਜ਼ਾਦਿਆਂ ਦੇ ਚਰਨ ਪਰਸਨ ਜਾਣਾ ਹੁੰਦਾ ਮੈਂ। ਅਸੀਂ ਉਹ 'ਚ ਕਾਮਯਾਬ ਵੀ ਹੋਏ ਹਾਂ। ਹੁਣ ਸਿਆਸੀ ਕਾਨਫਰੰਸਾਂ ਨਹੀਂ ਹੁੰਦੀਆਂ, ਆਪ ਜੀ ਨੂੰ ਪਤਾ ਹੈ ਨਾ। ਜਿਸ ਦਿਨ ਸ਼ੁਰੂ ਕੀਤਾ ਸੀ ਇਹੀ ਸੀ, ਪਰ ਤਰੀਕਾ ਆਪੋ ਆਪਣਾ। ਸਟੇਜ ਤੇ ਬਹਿ ਕੇ ਗਾਲਾਂ ਕੱਢੀ ਜਾਣੀਆਂ, ਕੋਈ ਪ੍ਰਚਾਰ ਨਹੀਂ ਹੁੰਦਾ। ਤੁਸੀਂ ਇੰਨੀ ਪ੍ਰੇਮ ਮੈਂ ਨਹੀਂ ਕਿ ਮੈਂ ਸਿਆਣਾ ਵਾਂ, ਇੰਨੀ ਪਿਆਰ ਨਾਲ ਸੰਗਤ ਵਿੱਚ ਜਾਗਰਤੀ ਪੈਦਾ ਕਰੋ, ਲੋਕੀ ਆਪਣੇ ਆਪ ਹੀ ਗੁਰੂ ਨਾਲ ਜੁੜ ਜਾਣ। ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਜੁੜਾਂਗੇ ਤੇ ਆਪਣੇ ਆਪ ਟੁੱਟ ਜਾਵਾਂਗੇ।
जे हुण टुटण की गल तो आ भी ना कर, आ भी ना करो, कहंदा की करा। उदों बाद कहंदा हुण तू कथा सुन ली, घर जा। नहीं प्यारिओ, गुरु नानक साहब कहंदे आ कि तू जुड़। मैं यही बेनती कर रहा, जो कोई कहंदा जी ये नशा करदा जी, इस तरह करदे, उनको छड्ड दिओ। मैं नहीं कहंदा छड्ड दिओ, मैं कहना भी जपजी साहब शुरू कर, सुखमनी साहब पढ़, संध्या वेले जोड़ियां चला जाई। अगला कहता जी तुसीं शराब बारे नहीं कहा, मैं कहना जिदन बाणी ने खिंच के लै आंदा, शराब की गल छड्डो, इन्हां दे शरीर के मोह तो भी उपर उठ जाना। मैडिसन दवाई बंदे नूं नशा नहीं छड़ा सकती जिन्नी देर तक बाणी की दवाई बंदे दे मन के फुरने ना चेंज करे। ख्याल चेंज होने तो बिना नहीं बंदा हो सकता चेंज जी, आपो अपना तरीका है। बाबा फरीद साहब कह रहा कि वो कहते मेरे को तू आ, एक दूसरा उन्हों का बचन है ये मन नूं जगान लई। हुण कहते सौना मंजे ते रात नूं पासे मारदा भी अज चादर च वट रह गया, अज रजाई नहीं ठीक, गद्दा नहीं ठीक। कह लगे जिदन कबर च पाया, सराणे इट रखी, मणा में मुट्ठी मिट्टी पा दी। कहते रोज़ लंघदा देखना मैं थल्यों कीड़े खा गए होने ने। कहते ने जिउंदिया तां तू गद्दे ते पासे मारदा सैं, हुण कीड़ियां तेरा मास खा लिया, जिधर घर दे पा गए उत्थे लेटिया होया, पासे बदल के दिखा दे। इट सराणे भोए शवण, कीड़ा लड़ियो मास, केतड़ियां जुग वापरे इकत पिया पास। महाराज कहते ये भी मन नूं जगान लई याद रखियो। ये जिहड़ा कहना जाग लियो हो रे, अज पाठ करदे आ भी हर तोक तां जगान दा इशारा भी करदी, शब्द दे विच ही जाग लियो दे अर्थ ने। पहला क्या भी जो तन उपजिया संगी सो भी संग ना होया, ये जाग लियो है। अगा मात पिता सुत बंद जन हित जासो कीना, जियो छूटियो जब दे ते डार अग्न में देना, ये भी जागण वास्ते है। समझ गया ना मेरी बेनती? ये नाल नाल गुरु तेग बहादुर जगाई जाते हैं। हाँ जिन्ने बंदगी बुल्ला कहता उठ जा कुराड़े मार नहीं, ये सौन तेरे दरकार नहीं। दरकार दर्द होंदा जरूरी, ये दूजा दरकार ना नहीं जरूरी। तो मैं बुल्ले का जिक्र किया है, तो याद रखियो रहत मर्यादा च लिखे कथा वेले अन मत के प्रमाणा की उदाहरण दी जा सकती है, अन मत के ग्रंथों के प्रमाण दिते जा सकते हैं। पंजाबी का वो सूफी है, उठ जा कुराड़े मार नहीं, ये सौन तेरे दरकार नहीं, एक रोज़ जहानों जाना है, तेरा गोश्त कीड़ियां खाना है, कर चेता मर्ग विसार नहीं, उठ जा कुराड़े मार नहीं। नहीं तू सुत्तियां उम्र वंझाई नहीं आत्मा नूं, तू सुत्तियां उम्र वंझाई नहीं, तू चरखे तंद ना पाई नहीं। ये बजुर्गों नूं पता जी चरखे तंद किहड़ी पांदे सन, तंग पूणी जदों करदे सन, वो तां सी जी दरियां ते खेस लोकी दाज देंदे हुंदे सन। कहन लगे तेरा तो साह नेड़े आया, करेंगी की? तू सुत्तियां उम्र वंझाई नहीं, तू चरखे तंद ना पाई नहीं, की कर सैं दाज तैयार नहीं, उठ जो कुराड़े मार नहीं। किथे है सुल्तान सिकंदर, मौत न छड्डे पीर पैगंबर, सब कर कर गए अडंबर, इत्थे कोई पाएदार नहीं, उठ जा कुराड़े मार नहीं। गुरु गोबिंद सिंह कहते आ जीत फिरै सब देश दिशान को, बाजत ढोल मृदंग नगारे, गुंजित गूढ़ गजान के सुंदर खिंसत है, कह राज खजारे, पूत भविक भवान के भूपत कौन गने नहीं, जात बिचारे श्रीपत श्री भगवान भजे बिन अंत को। पहले अर्थ तो समझ गया ना भी जिन्हें जे दे दे ऐस तुक न सुनो, अंत को अंतले वेले, अंत के दा अर्थ जिथे अंतले धर्मराज दा घर जमदूतां नूं, अंत को अंत के धाम सदारे उत्थे जाना है। हो आ माता पिता भाई जान अग च पाणगे, पाने पाना जी होना। महाराज कहते जियो छूटियो जब दे ते डार अग्न में दीना, नाल बचन कीता जीवत लो व्यवहार है, जग को तुम जानो। जीवत लो जिन्नी देर तक जिउने कार विहार उन्नी देर तक नहीं ना जी। भावें रात को तैयारी करके कही सवेरे मैं फ्लाइट पढ़नी, मैं इन्ने बजे जाना है, तुसी तैयारी करके बहुत ट्रैक्टर है जी स्प्रे करना है या पानी लाना है, इस तरह करना है। तो जे सवेरे बंदा उठे ना, किन्ने पानी लाना है, किन्ने जहाज ते चढ़ना है जी। महाराज जी कहते ये विहार जिउंदियां ने, मरिया कोई विहार नहीं रहना। मरिया तो प्यारिओ, कल एक सज्जन ने बड़ी सोहनी गल कही,
कहन लगे खुशी च लोकी अगे अगे भजदे आ, मरिया तो बंदा ही कला जाता है। वो विआह हुंदा ना जदों, वो लाड़ा पिछे तुरिया हुंदा बेचारा घोड़ी ते नच्चण वाले अगां 2 किले अगां मारी जांदे ने छालां, ते जदों मरदा बंदा उदों शमशान घाट जांदे आ, अर्थी अगे हुंदी, बाकी सारे पिछे तुरी हुंदे आ। उधर नहीं अगे ला के भजदा कोई, क्योंकि मरिया दे पिछे तुरदे हुंदे आ, खुशियां ते अगे अगे नचदे हुंदे आ लोग। हजूर कहंदे ये जिउंदियां दे विहार ने, मरिया दे नहीं। हजूर ने शब्द वरते, तो मैं एक बेनती जी कर लगा, जाग्या होया भावें 5 साल ही जी जाए, 1000 साल नालों जी चंगा है। मैं तां अर्ज कर लगा विचों भी जदों असीं फतेहगढ़ साहिब जाने आ, तो उत्थे एक दिन मेरे मन च आया भी आखिर ये भी तक चीज़ सी ना भी तुसीं अजे जी लो, तुहाडी उम्र की है, 7 साल 9 साल की उम्र है, तो तकरीबन 2.25 साल के बाबा फतेह सिंह जी जिदन माता जीतो जी चलाना कर गया, माता सुंदरी जी की कुख विचों बाबा अजीत सिंह ने, ते माता जीतो जी की कुख विचों बाबा जुझार सिंह ने, बाबा जोरावर सिंह ने, बाबा फतेह सिंह ने। माता साहिब देवा जी वैसे चलो साहिब कौर असीं कहने आ, दिल्ली के पुराने जिहड़े कागजात ने मुगल काल के, उहदे च पुराने विद्वान कहंदे सी कुंवारा डोला साहिब देवी, माता साहिब कौर जी। वो अमृत मैं भुला ना तो अमृत संचार तो बाद आउंदे आ। माता जीतो जी पांदे आ पतासे, 2.25 साल की उम्र च जदों माता जी चले गए तो माता गुजरी जी ने नाल लाना, दोनों साहिबजादियां नूं बाबा जोरावर सिंह दादी कोल ही रहना, सौना भी दादी नाल, दिने खेड आउणा, फिर दादी ने रोटी पानी देना। प्यारिओ नूह तो बाद दादी ने सांभिया, जिदन तुरे उदन भी दादी नाल ही गई है। जदों असीं ज्योति स्वरूप कथा करने आ तो सारा दृश्य सामने आ जाता है जी कि माता जी विच पए आ, एक पासे बाबा जोरावर सिंह, एक पासे बाबा फतेह सिंह ने। मैं जिहड़ी बेनती कर लगा, हाकिम है उत्थे, अपना कोई नहीं। एक सवाल करदा काजी, हुकूमत कहंदी है तुहाडी उम्र छोटी है, पहला सवाल करदे तुसीं कौन हो, जिवें बंदा दबका लांदा निआणिआं नूं, तुसीं कौन हो। अगों उत्तर पता की दिंदे आ, बाबा जी बोलदे आ, बाबा जोरावर सिंह फतेह सिंह जी कह लगे कि गोबिंद सिंह के पूत हम, माता गुजरी पाहे। तुसीं पुछदे हो असीं कौन खां, गोबिंद सिंह के पूत हम, माता गुजरी पाहे, जोरावर सिंह फतेह सिंह नाम हमारे आहे। इहदा अर्थ हो गया सी गुरु गोबिंद सिंह दे पोतां, दादी साडे नाल है, मेरा नाम जोरावर सिंह, मेरे वीर छोटे दा नाम फतेह सिंह, दसो अगे। उन्हें कहा भी अजे उम्रां तुहाडियां की। ये वैसे एक विद्वान दे है तां ख्याल ही कि उम्र तुहाडी की 7 साल 9 साल की उम्र। गुरमुखो उस वक्त उन्होंने कहा तुसीं कहना की चाहते हो, कह लगे जियो, बड़ा लम्मा समा तुसीं जीना है, साडी गल स्वीकार कर लो, सिक्खी त्याग दिओ। अगों फिर बाबा जी बोलदे आ, तुसीं जीवन दे अर्थ करदे हो सिर्फ साहां दा चमड़ी च चलना, खाना पीना, इंद्रियां दी वासना भोगनी ते मर जाना। कह लगे साडी नज़र विच जीवन दा अर्थ बंदगी है, 1000 साल जीण नालों एक घड़ी सिमरन च जी जाना बहुत उच्चा है। एक निमक जो सिमरन में जिया, कोट लाख सदा थिर थिया। एक निमक मात्र जिहड़ा बंदगी जी गया वो करोड़ों साल जी गया, सच्ची मुच्ची करोड़ों साल ही है जी। देखो जिहड़ी अज किन्ने आपां मना चुके हैं, उन्होंने 400 साल ही तकरीबन 300-400 मनाया ना, असी वो दिन भी मना चुके हैं 300 साल। पर गुरमुखो कदी किसी कहा बाबा फतेह सिंह जोरावर सिंह जी मर गए। मरना शब्द माड़ा नहीं हुंदा, उदन भी क्या मरना शब्द नहीं, जिहड़ा सिमरन च घड़ी जी जाता है, जिन्नी देर तक धरती रहेगी वो जरूर रहेगा, जिदन धरती बिनस जाएगी सुन विच भी वो जिंदा ही रहेगा। हजूर जी कहते हैं बस आ जिउंदियां दियां खेडां नहीं, जीवत लो व्यवहार है जग को तुम जानो। ये जग दे व्यवहार जिउंदियां दे ने, नानक हर गुण गाए लै। जे जागना है तो खरी के गुण गा, नानक हर गुण गाए ले। तो किवें गा, बद्दा चट्टी नहीं, इस तरह गा जिवें मच्छी पानी तो बिना तड़फदी है। गुण गोबिंद गायो नहीं, जन्म अकारत कीन,
कहो नानक पज हर मना जीवद जल को मीन। हजूर सच्चे पातशाह कह रहा कि नानक हर गुण गाए लै हरी दे गुण गा। हुण ये सवाल उठे गुण किहड़े गाइए? कीर्तन करिए, कीर्तन गुण है, वाहिगुरू शब्द गुण है। उंज जो आप जाप साहिब पढ़ते हो ना, जिन्ने गुण रब दे उहदे च गाए गए, पुछो कुछ ना। जे कोई पुछे जी गुण, तो मैं कहना आ पाठ करो, तुम दाते ठाकुर प्रतिपालक नायक खसम हमारे, निमख निमक तुम ही प्रतिपालो हम बारिक तुमरे तारे। ये गुण ने सारे। जेवा एक कवन गुण कहिए बेशुमार बेअंत स्वामी तेरो अंत ना किने लईए। ओदे गुण गा प्यारो, जिदे गुण गावांगे ना ओदे गुण बॉडी च प्रवेश कर जाणगे। इहदे नाल समाप्ति। अकाल नूं गाउण वाला अकाल दा रूप हो जाएगा। जैसा सेवे तैसा होए। गुरु तेग बहादुर साहब कहंदे सब कोई झूठ है, सिर्फ सच है ते नाम रहो साधु रहो। रहो गुरु गोबिंद कहो नानक ए जगत में किन जपियो गुरमंत। कहो नानक ए जगत में किन जपियो गुरमंत। जिन्हें गुरमंत्र का जाप किया वही सत है। आप संगत का बहुत धन्यवाद। अज तुसी बिल्कुल टेक के बैठे रहे। हाँ जी, तो मैं समाप्ति करती। चलो मैं सोचना मैं गल्लां सीधियां मैं करना पिया। कई बार होंदा ना बंदा लगा रहिंदा, जिन्होंने ना समझ पाओ कहंदा कदों खैड़ा छुटेगा वैग तो उठे। पर आपने बहुत टिका बख्शिया। तो मैं प्रबंधक वीरो तुहाडा बजुर्गो सब का धन्नवाद। भाई मेजर सिंह जी तुहाडा धन्नवाद, तुसी लैके आए। पिछले साल भी हुण भी दर्शन प्रबंधक वीरां ने बहुत मान दिता। तो सारी संगत जिदन दा मैं आया आप संगत नाल ही चल रहे हो। तो मैनू आनंद आउंदा भी लड़ीवार कथा आपां जो चलती रहिंदी है। ज्ञानी तरसेम सिंह जी, ज्ञानी जतिंद्रपाल सिंह गुरमुख प्यारे, ये गुरु घर के कीर्तनीय सब का धन्नवाद जी। मेरे तो बोलदियाँ सारे दीवाना च बेअंत भुल्लां होईयां। और मैं अपने वीर अपने भाई सतनाम सिंह जी उन्हां दा तहे दिलों धन्नवादी हाँ। वीर भाई मंगल सिंह जी बे एरिए तो इन्हां सारियां दा धन्नवादी हाँ।